ਜੇ ਠੱਗ ਟਰੈਵਲ ਏਜੰਟਾਂ ਨੇ ਠੇਕਾ ਚੁੱਕਿਆ ਹੈ ਉਹਨਾਂ ਨੂੰ ਉੱਥੇ ਫਸਾਉਣ ਦਾ, ਤਾਂ ਕੁਝ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੇ ਠੇਕਾ ਚੁੱਕਿਆ ਹੈ ਕਿ ਅਸੀਂ ਉਹਨਾਂ ਧੀਆਂ ਨੂੰ, ਉਹਨਾਂ ਭੈਣਾਂ ਨੂੰ, ਉਹਨਾਂ ਵੀਰਾਂ ਨੂੰ ਅਰਬ ਦੇਸ਼ਾਂ ਚੋਂ ਸਹੀ ਸਲਾਮਤ ਉਹਨਾਂ ਦੇ ਘਰੇ ਪਹੁੰਚਦਾ ਕਰਾਂਗੇ। ਉਹ ਤਾਂ ਦੇਸ਼ ਇੱਦਾਂ ਦੇ ਨੇ ਜਿੱਥੇ ਕਾਨੂੰਨ ਬੜੇ ਸਖਤ ਨੇ, ਬੰਦੇ ਨੂੰ ਮਾਰ ਹੀ ਦੇਣਗੇ ਉਹ ਚੁਰਾਹੇ 'ਚ ਖੜਾ ਕਰਕੇ। ਤੇ ਉੱਥੇ ਵੀ ਡਰ ਨਹੀਂ ਲੱਗਿਆ ਇੱਕ ਵਾਰ ਵੀ ਹਾਂ ਅਸੀਂ ਬਗਾਨੇ ਸ਼ੇਖ ਦੇ ਹਵੇਲੀ 'ਚ ਜਾਂ ਉਹਦੇ ਘਰੇ ਜਾ ਰਹੇ ਹਾਂ ਤੇ ਉੱਥੋਂ ਕੱਢਾਂਗੇ, ਜੇ ਫੜੇ ਗਏ ਤਾਂ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈ ਸਕਦੇ ਨੇ। ਅਮਨਦੀਪ ਸਿੰਘ ਜੀ, ਪਰਮਾਤਮਾ ਦੀ ਦੇਖੋ, ਜਦੋਂ ਤੁਸੀਂ ਕੋਈ ਚੰਗਾ ਕੰਮ ਕਰਨ ਜਾਂਦੇ ਹੋ ਪਰਮਾਤਮਾ ਦੀ ਮਿਹਰ ਤੁਹਾਡੇ ਨਾਲ ਹਮੇਸ਼ਾ ਹੁੰਦੀ ਹੈ। ਮੈਨੂੰ ਲੱਗਦਾ ਕਿ ਹੁਣ ਤੱਕ ਅਸੀਂ ਕਰੀਬ 150 ਤੋਂ ਜ਼ਿਆਦਾ ਧੀਆਂ ਭੈਣਾਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਅਸੀਂ ਉੱਥੋਂ ਰੈਸਕਿਊ ਕਰ ਚੁੱਕੇ ਹਾਂ। ਮਤਲਬ ਤੁਸੀਂ ਐਂ ਸਮਝ ਲਓ ਕਿ ਸ਼ੀ ਵਾਜ਼ ਅ ਵਿਕਟਿਮ ਆਫ ਰਿਪੀਟਿਡ ਰੇਪ, ਹੈ ਨਾ। ਸੋ ਉਹਦੇ ਵਾਸਤੇ ਸਾਡੇ ਗਰੁੱਪ ਮੈਂਬਰ ਜਿਹੜੇ ਨੇ ਉਹ 750 ਕਿਲੋਮੀਟਰ ਟਰਾਲਾ ਲੈ ਕੇ ਗਏ ਔਰ ਰਾਤ ਨੂੰ ਰੈਸਕਿਊ ਕਰਕੇ 750 ਕਿਲੋਮੀਟਰ ਵਾਪਸ ਉਹਨਾਂ ਨੂੰ ਕੰਬਲਾਂ ਦੇ ਵਿੱਚ ਲਪੇਟ ਕੇ ਅਸੀਂ ਅੰਬੈਸੀ ਪਹੁੰਚਾਇਆ। ਫੋਨ ਤੇ ਲੜਕੀ ਹੁੰਦੀ ਹੈ, ਉਹਨੂੰ ਅਸੀਂ ਪੂਰਾ ਗਾਈਡ ਕਰਦੇ ਹਾਂ ਵੀ ਇੱਦਾਂ ਇੱਦਾਂ ਤੁਸੀਂ ਨਿਕਲ ਕੇ ਆਉਣਾ, ਫਲਾਣੇ ਰੰਗ ਦੀ ਗੱਡੀ ਖੜੀ ਹੈ, ਅਸੀਂ ਤੁਹਾਨੂੰ ਉੱਥੋਂ ਸੇਫ ਕੱਢ ਕੇ ਤੇ ਇੰਡੀਅਨ ਐਮਬੈਸੀ ਤੱਕ ਪਹੁੰਚਾ ਦਾਂਗੇ। ਉਹ ਜਿਹੜਾ ਕੁਵੈਤ ਦੇ ਵਿੱਚ ਇੰਡੀਅਨ ਐਮਬੈਸੀ ਦਾ ਪ੍ਰਿੰਸਿਸ ਹੈ, ਉਹ ਇੱਕ ਕਿਸਮ ਦਾ ਇੰਡੀਆ ਹੈ। ਸੋ ਇੱਕ ਵਾਰ ਤੁਸੀਂ ਉਹਦੇ ਵਿੱਚ ਪੈਰ ਰੱਖ ਲਿਆ ਤੇ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਬਣੀ ਕਿ ਜਿਹੜੀ ਤੁਹਾਨੂੰ ਉੱਥੋਂ ਬਾਹਰ ਕੱਢ ਸਕੇ। ਅਸੀਂ ਬਹੁਤ ਕੁਝ ਕਹਿੰਦੇ ਹਾਂ ਕਿ ਅਰਬ ਦਾ ਕਾਨੂੰਨ ਬੜਾ ਵਧੀਆ, ਦਿਸ ਐਂਡ ਦੈਟ ਸਭ ਕੁਝ ਹੈ। ਉਹ ਸਾਰੇ ਕਾਨੂੰਨ ਮੈਨੂੰ ਲੱਗਦਾ ਖਾਰਜੀਆਂ ਵਾਸਤੇ ਨੇ, ਬਾਹਰਲਿਆਂ ਵਾਸਤੇ ਉਹਨਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਅਗਰ ਲਾਗੂ ਹੁੰਦਾ ਤੇ 150 ਕੁੜੀਆਂ ਕਢਾਈਆਂ ਨਾ, ਕਿਸੇ ਇੱਕ ਅਰਬੀ ਨੂੰ ਕਦੇ ਤਾਂ ਸਜ਼ਾ ਹੋਈ ਹੁੰਦੀ। ਤੇ ਅਜਿਹੇ ਏਜੰਟਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇੱਥੋਂ ਘਰੋਂ ਧੀਆਂ ਪੁੱਤਾਂ ਨੂੰ ਚੁੱਕਦੇ ਨੇ ਤੇ ਸ਼ੇਖਾਂ ਕੋਲ ਫਸਾ ਦਿੰਦੇ ਨੇ? ਇਹਦੇ ਵਿੱਚ ਏਜੰਟਾਂ ਦੀ ਗਲਤੀ ਤਾਂ ਚਲੋ 100% ਹੈ ਹੀ ਹੈ, ਲੇਕਿਨ ਅਸਲੀ ਜੋ ਕਮੀ ਹੈ ਉਹ ਹੈਗੀ ਹੈ ਨਿਕੰਮੀਆਂ ਸਰਕਾਰਾਂ 'ਚ। ਨਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ, ਆਪਣੇ ਪੰਜਾਬ ਦੇ ਲੋਕਾਂ ਦੇ ਕੋਲ ਹੀ ਆਪਣੀ ਪੰਜਾਬ ਦੀ ਸਰਕਾਰ ਹੈ ਨਾ ਜੀ। ਅਗਰ ਉਹ ਕੁਝ ਕਰਨਾ ਚਾਹੁੰਦੇ ਤਾਂ ਬਹੁਤ ਕੁਝ ਕਰ ਸਕਦੇ ਸੀ, ਲੇਕਿਨ ਇਹ ਲੋਕਾਂ ਨੇ ਬਾਰੀਆਂ ਬੰਨੀਆਂ ਹੋਈਆਂ ਨੇ। ਇੱਕ ਵਾਰ ਤੂੰ ਲੁੱਟ ਲੈ ਮੈਂ ਚੁੱਪ ਰਹਾਂਗਾ, ਇੱਕ ਵਾਰ ਮੈਂ ਲੁੱਟ ਲੈਣਾ ਤੂੰ ਚੁੱਪ ਰਹਿ। ਤੇ ਜਿਹੜੇ ਲੋਕ ਅਸੀਂ ਮੁਗਲਾਂ ਤੋਂ ਧੀਆਂ ਭੈਣਾਂ ਛਡਾ ਕੇ ਲੈ ਕੇ ਆਉਂਦੇ ਸੀ, ਅੱਜ ਸਾਡੀਆਂ ਧੀਆਂ ਭੈਣਾਂ ਨੂੰ ਆਪ ਮੁਗਲਾਂ ਕੋਲ ਨਾ ਜਾਣਾ ਪੈਂਦਾ। ਅਸੀਂ ਅਕਸਰ ਦੇਖਦੇ ਹਾਂ ਕਿ ਅਰਬ ਦੇਸ਼ਾਂ ਦੇ ਵਿੱਚ ਸਾਡੇ ਕਈ ਵੀਰ, ਸਾਡੀਆਂ ਕਈ ਭੈਣਾਂ ਜੋ ਨੇ ਉਹ ਜਾ ਕੇ ਫਸ ਜਾਂਦੀਆਂ ਨੇ। ਠੱਗ ਟਰੈਵਲ ਏਜੰਟ ਜੋ ਨੇ ਉਹ ਪੈਸੇ ਠੱਗਣ ਦੇ ਮਾਰੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਨੇ। ਜੇ ਠੱਗ ਟਰੈਵਲ ਏਜੰਟਾਂ ਨੇ ਠੇਕਾ ਚੁੱਕਿਆ ਹੈ ਉਹਨਾਂ ਨੂੰ ਉੱਥੇ ਫਸਾਉਣ ਦਾ, ਤਾਂ ਕੁਝ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੇ ਠੇਕਾ ਚੁੱਕਿਆ ਹੈ ਕਿ ਅਸੀਂ ਉਹਨਾਂ ਧੀਆਂ ਨੂੰ, ਉਹਨਾਂ ਭੈਣਾਂ ਨੂੰ, ਉਹਨਾਂ ਵੀਰਾਂ ਨੂੰ ਅਰਬ ਦੇਸ਼ਾਂ ਚੋਂ ਸਹੀ ਸਲਾਮਤ ਉਹਨਾਂ ਦੇ ਘਰੇ ਪਹੁੰਚਦਾ ਕਰਾਂਗੇ। ਤੇ ਖਬਰਸਾਰ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇੱਕ ਅਜਿਹੇ ਹੀ ਸ਼ਖਸ ਦੇ ਨਾਲ ਤੁਹਾਨੂੰ ਅੱਜ ਰੂਬਰੂ ਕਰਵਾਵਾਂਗੇ ਜਿਨ੍ਹਾਂ ਨੇ ਇਹ ਵਾਕਈ ਠੇਕਾ ਚੁੱਕਿਆ ਹੈ। ਕਈ ਭੈਣਾਂ ਨੂੰ, ਕਈ ਧੀਆਂ ਨੂੰ, ਕਈ ਵੀਰਾਂ ਨੂੰ ਉਹ ਸਹੀ ਸਲਾਮਤ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਦਾ ਕਰ ਚੁੱਕੇ ਨੇ। ਹਰਨੀਕ ਰੰਧਾਵਾ, ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਭਾਜੀ, ਬਹੁਤ ਸਵਾਗਤ ਹੈ ਤੇ ਖਬਰਸਾਰ। ਠਾਕੁਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਔਰ ਤੁਸੀਂ ਸਾਡੇ ਨਾਲ ਬਹੁਤ ਲੰਬੇ ਚਿਰ ਤੋਂ ਜੁੜੇ ਹੋਏ ਹੋ ਔਰ ਅਕਸਰ ਖਬਰਸਾਰ ਦੇ ਮਾਧਿਅਮ ਦੇ ਰਾਹੀਂ ਤੁਸੀਂ ਜੋ ਸਾਡੀ ਆਵਾਜ਼ ਹੈ ਹਮੇਸ਼ਾ ਬੁਲੰਦ ਕਰਦੇ ਰਹੇ ਹੋ। ਬਹੁਤ ਕੇਸਿਸ ਇਹੋ ਜਿਹੇ ਹੋਏ ਨੇ ਜਿਹਦੇ ਤੁਸੀਂ ਸਾਡਾ ਸਾਥ ਦਿੱਤਾ ਹੈ, ਉਹਦੇ ਵਾਸਤੇ ਧੰਨਵਾਦ। ਔਰ ਅੱਜ ਚੰਡੀਗੜ੍ਹ ਆਪ ਜੀ ਦੇ ਨਾਲ ਮਿਲਣੀ ਹੋ ਰਹੀ ਹੈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਿਲਕੁਲ, ਹਾਲਾਂਕਿ ਭਾਜੀ ਨਾਲ ਮੇਰੀ ਪਹਿਲੀ ਮੁਲਾਕਾਤ ਹੈ, ਪਰ ਇੱਦਾਂ ਨਹੀਂ ਲੱਗਿਆ ਕਿ ਅਸੀਂ ਪਹਿਲੀ ਵਾਰ ਮਿਲੇ ਹਾਂ, ਕਿਉਂਕਿ ਫ਼ੋਨ 'ਤੇ ਰਾਬਤਾ ਕਈ ਸਾਲਾਂ ਦਾ ਹੈ ਤੇ ਕਈ ਕੇਸਿਸ ਜੋ ਨੇ ਭਾਜੀ ਜੀ ਨੇ, ਜਿਵੇਂ ਭਾਜੀ ਨੇ ਵੀ ਦੱਸਿਆ, ਕਈ ਕੇਸਿਸ ਦਾ ਮੈਂ ਖੁਦ ਗਵਾਹ ਰਿਹਾ ਹਾਂ। ਭਾਜੀ, ਸਭ ਤੋਂ ਪਹਿਲਾਂ ਮੈਂ ਸਵਾਲ ਇਹ ਕਰਾਂਗਾ ਹਰਨੀਕ ਰੰਧਾਵਾ ਤੋਂ, ਹਰਨੀਕ ਰੰਧਾਵਾ ਹੈਲਪਲਾਈਨ ਕੈਨੇਡਾ ਦਾ ਸਫ਼ਰ ਕਿਵੇਂ ਰਿਹਾ? ਠਾਕੁਰ ਸਾਹਿਬ, ਐਕਚੁਅਲੀ ਕਾਫੀ ਲੰਬਾ ਮੇਰਾ ਸਟਰਗਲ ਦਾ ਅਰਸਾ ਰਿਹਾ ਔਰ ਕਾਫੀ ਮੁਲਕਾਂ ਦੇ ਵਿੱਚ, ਇੰਡੀਆ ਦੇ ਕਾਫੀ ਸਟੇਟਸ ਦੇ ਵਿੱਚ ਮੈਂ ਕਾਫੀ ਲੰਬਾ ਟਾਈਮ ਜੋ ਹੈ ਕੰਮ ਕੀਤਾ। ਸੋ ਉਸ ਦੌਰਾਨ ਹੌਲੀ ਹੌਲੀ ਇਹ ਸੀਗਾ ਕਿ ਕਿਸੇ ਤਰੀਕੇ ਮੈਂ ਵੀ ਕੈਨੇਡਾ ਪਹੁੰਚਾਂਗਾ। ਤੋ ਜਦੋਂ 8-9 ਕੰਟਰੀਆਂ ਦੇ ਵਿੱਚ ਰਹਿ ਕੇ, ਇੰਡੀਆ ਦੇ 12-13 ਸਟੇਟਸ ਦੇ ਵਿੱਚ ਕੰਮ ਕਰਕੇ ਹੌਲੀ ਹੌਲੀ ਤਰੱਕੀ ਦੀਆਂ ਸੀੜੀਆਂ ਚੜ੍ਹਦੇ ਹੋਏ, ਕਈ ਮੁਲਕਾਂ ਦੇ ਵਿੱਚੋਂ ਨਿਕਲਦੇ ਹੋਏ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਕੈਨੇਡਾ ਦਾ ਜੋ ਸਫ਼ਰ ਹੈ ਉਹ ਜਦੋਂ ਪੂਰਾ ਹੋਇਆ 2013 'ਚ ਜਦੋਂ ਮੈਂ ਕੈਨੇਡਾ ਪਹੁੰਚਿਆ, ਉਸ ਟਾਈਮ ਕੈਨੇਡਾ ਦੇ ਵਿੱਚ ਮੇਰਾ ਮਨ ਦਾ ਇਹ ਸੀਗਾ, ਇੱਛਾ ਕਿ ਮੈਂ ਜੋ ਮੇਰਾ ਸਫ਼ਰ ਹੈ ਉਹ ਮੈਂ ਲੋਕਾਂ ਨੂੰ ਐਕਸਪਲੇਨ ਕਰ ਸਕਾਂ ਕਿ ਮੈਂ ਕਿੱਦਾਂ ਇੱਥੇ ਪਹੁੰਚਿਆ
ਔਰ ਜਦੋਂ ਮੈਂ ਪਹਿਲੀ ਵਾਰ ਵੀਡੀਓ ਬਣਾ ਕੇ ਪਾਇਆ ਕੈਨੇਡਾ ਦਾ ਕਿ ਮੈਂ ਐਜ਼ ਅ ਟਰੱਕ ਡਰਾਈਵਰ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਆਇਆ, ਮੇਰਾ ਮੇਨ ਮੋਟਿਵ ਸੀਗਾ ਕਿ ਜਿਹੜੇ ਅਰਬ ਦੇ ਵਿੱਚ ਜਾਂ ਜਿਹੜੀ ਬਾਕੀ ਕੰਟਰੀ ਦੇ ਵਿੱਚ ਸਾਡੇ ਵੀਰ ਭਰਾ ਰਹਿੰਦੇ ਨੇ ਉਹ ਕੈਨੇਡਾ ਕਿਸ ਤਰ੍ਹਾਂ ਆ ਸਕਣ, ਉਹਨਾਂ ਨੂੰ ਮੈਂ ਇੱਕ ਗਾਈਡਲਾਈਨ ਦੇ ਸਕਾਂ, ਕਿਹੜੇ ਤਰੀਕੇ ਨੇ ਪੋਸੀਬਲੀ ਜਿਹੜੇ ਲੀਗਲ ਵੇਜ਼ ਨੇ ਤਾਂ ਕਿ ਉਸ ਤਰੀਕੇ ਨਾਲ ਆ ਸਕਣ। ਸੋ ਪਰਮਾਤਮਾ ਦੀ ਕੁਝ ਐਸੀ ਰਜ਼ਾ ਬਣੀ ਕਿ 2013 ਚ ਮੈਂ ਜਦੋਂ ਕੈਨੇਡਾ ਪਹੁੰਚਾ ਮੈਂ ਇੱਕ ਵੀਡੀਓ ਬਣਾ ਕੇ ਪਾਇਆ ਸੀਗਾ ਕਿ ਜਿਹਦੇ ਚ ਮੈਂ ਦੱਸਿਆ ਸੀਗਾ ਕਿ ਪੰਜਾਬੀ ਟਰੱਕ ਡਰਾਈਵਰ ਜਿਹੜੇ ਨੇ ਜਾਂ ਕੋਈ ਵੀ ਟਰੱਕ ਡਰਾਈਵਰ ਹੈ ਅਗਰ ਉਹਦਾ ਮਨ ਦੀ ਇੱਛਾ ਹੈ ਕਿ ਮੈਂ ਕੈਨੇਡਾ ਪਹੁੰਚਣਾ ਹੈ ਤੇ ਉਹ ਕਿਸ ਤਰੀਕੇ ਪਹੁੰਚ ਸਕਦਾ ਹੈ। ਸੋ ਉਹ ਜਿਹੜਾ ਮੈਂ ਪਹਿਲਾ ਵੀਡੀਓ ਪਾਇਆ ਉਹ ਵੀਡੀਓ ਜੋ ਹੈ ਬਹੁਤ ਵਾਇਰਲ ਹੋਇਆ, ਪੂਰੀ ਦੁਨੀਆ ਦੇ ਕਰੀਬ ਹਰ ਜਗ੍ਹਾ ਉਹ ਦੇਖਿਆ ਗਿਆ, ਉਹਦੇ ਮਿਲੀਅਨਸ ਦੇ ਵਿੱਚ ਉਸ ਵੀਡੀਓਜ਼ ਦੇ ਕਿਉਂਕਿ ਜਿਵੇਂ ਤੁਸੀਂ ਕਿਹਾ ਤੁਹਾਡਾ ਸੁਪਨਾ ਸੀ ਵੀ ਕੈਨੇਡਾ ਮੈਂ ਕਦੋਂ ਪਹੁੰਚਾਂਗਾ, ਇਦਾਂ ਹੀ ਕਈ ਨੌਜਵਾਨਾਂ ਦਾ ਸੁਪਨਾ ਹੈ ਵੀ ਕੈਨੇਡਾ ਕਿਵੇਂ ਜਾਈਏ। ਤਾਂ ਮੇਰੇ ਖਿਆਲ ਜੋ ਵੀਡੀਓ ਤੋਂ ਕਿਤੇ ਨਾ ਕਿਤੇ ਸਪਾਰਕ ਮਿਲੀ ਹੋਣੀ ਹੈ, ਇੱਕ ਰਾਹ ਦਿਖਿਆ ਹੋਣਾ ਹੈ ਵੀ ਜੇ ਹਰਨੀਕ ਰੰਧਾਵਾ ਸਾਹਿਬ ਜਾ ਸਕਦੇ ਨੇ, ਵੀਡੀਓ ਪਾਈ ਹੈ, ਅਸੀਂ ਵੀ ਰਸਤਾ ਦੇਖੀਏ। ਟਰੂ। ਸੋ ਉਹ ਵੀਡੀਓ ਜਦੋਂ ਬਹੁਤ ਜ਼ਿਆਦਾ ਵਾਇਰਲ ਹੋਇਆ ਤਾਂ ਉਹਦੇ ਨਾਲ ਫਿਰ ਹੋਇਆ ਕਿ ਇੱਕ ਜਿਹਨੂੰ ਕਹਿ ਸਕਦੇ ਹਾਂ ਕਿ ਫੈਨ ਫੋਲੋਅਰ ਜਿਹੜਾ ਬੇਸ ਹੈ ਉਹ ਬੇਸ ਤਿਆਰ ਹੋਣਾ ਸ਼ੁਰੂ ਹੋਇਆ। ਹੌਲੀ ਲੋਕਾਂ ਨੇ ਕੰਟੈਕਟ ਕਰਨਾ ਸ਼ੁਰੂ ਕੀਤਾ ਤੇ ਸ਼ੁਰੂ ਤੋਂ ਹੀ ਮੇਰਾ ਜੋ ਹੈ ਉਹ ਮਤਲਬ ਬੇਰੁਜ਼ਗਾਰਾਂ ਨੂੰ ਗਾਈਡ ਕਰਨ ਦਾ ਜਿਹੜਾ ਉਹ ਕਨਸੈਪਟ ਰਿਹਾ, ਕਿਉਂਕਿ ਮੈਂ ਅਕਸਰ ਹਮੇਸ਼ਾ ਕਈ ਵਾਰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਹਰ ਟੀਵੀ ਚੈਨਲ ਤੇ ਇਹ ਗੱਲ ਜ਼ਰੂਰ ਕਹਿਣਾ ਕਿ ਅੱਜ ਦੇਸ਼ ਦੇ ਬਾਰਡਰ ਤੇ ਜੰਗ ਨਹੀਂ ਲੱਗੀ ਜਿਹੜਾ ਤੁਸੀਂ ਆਪਣੀ ਦੇਸ਼ ਭਗਤੀ ਦਿਖਾਉਣੀ ਹੈ। ਅਸਲੀ ਦੇਸ਼ ਭਗਤੀ ਅੱਜ ਦੀ ਡੇਟ 'ਚ ਕਿਸੇ ਬੇਰੁਜ਼ਗਾਰ ਨੂੰ ਜੌਬ ਤੇ ਲਗਵਾਉਣਾ ਅਸਲੀ ਦੇਸ਼ ਭਗਤੀ ਹੈ। ਸੋ 2013 ਜਦੋਂ ਉਹ ਵੀਡੀਓ ਪਾਇਆ ਉਹਦੇ ਨਾਲ ਫਿਰ ਲੋਕ ਜਿਹੜੇ ਨੇ ਉਹ ਜੁੜਦੇ ਚਲੇ ਗਏ ਔਰ ਜੁੜਨ ਨਾਲ ਇਹ ਹੋਇਆ ਕਿ ਫਰੈਂਡ ਬੇਸ ਜੋ ਹੈ ਉਹ ਤਿਆਰ ਹੋਇਆ। ਉਹਦੇ ਨਾਲ ਜਿਸ ਤਰ੍ਹਾਂ ਲੋਕ ਜੁੜੇ ਉਹਦੇ ਹਿਸਾਬ ਨਾਲ ਫਿਰ ਉਹਨਾਂ ਦੀਆਂ ਪ੍ਰੋਬਲਮਸ ਵੀ ਸਾਡੇ ਤੱਕ ਪਹੁੰਚਣੀਆਂ ਸ਼ੁਰੂ ਹੋਈਆਂ ਔਰ ਫਿਰ ਇਹ ਜਿਹੜੀ ਪ੍ਰੋਬਲਮਸ ਨੇ ਅਰਬ ਕੰਟਰੀਆਂ ਤੋਂ ਸਾਡੇ ਤੱਕ ਪਹੁੰਚਣੀਆਂ ਸ਼ੁਰੂ ਹੋਈਆਂ। ਫਰੈਂਡ ਲੈਵਲ ਜਿਹੜਾ ਬੇਸ ਲੈਵਲ ਸੀ ਕਾਫੀ ਵੱਡਾ ਹੋ ਗਿਆ, ਅਰਬ ਕੰਟਰੀਆਂ 'ਚ ਕਾਫੀ ਵੀਰ ਸਾਡੇ ਨਾਲ ਜੁੜੇ। ਸੋ ਇਹ ਜਿਹੜੀਆਂ ਪ੍ਰੋਬਲਮ ਅਰਬ ਤੋਂ ਸਾਡੇ ਤੱਕ ਪਹੁੰਚਣੀਆਂ ਸ਼ੁਰੂ ਹੋਈਆਂ, ਫਿਰ ਅਰਬ ਦੇ ਵੀਰਾਂ ਤੋਂ ਹੀ ਹੈਲਪ ਲੈ ਕੇ ਜੋ ਹੈ ਉਹ ਅਸੀਂ ਉਹਨਾਂ ਜਿਹੜੀਆਂ ਪ੍ਰੋਬਲਮਸ ਦਾ ਉਹਨਾਂ ਦਾ ਨਿਪਟਾਰਾ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਜੀ। ਜਿਵੇਂ ਤੁਸੀਂ ਕਿਹਾ ਵੀ ਤੁਸੀਂ ਵੀਡੀਓ ਜਿਹੜੀ ਬਣਾ ਕੇ ਪਾਈ, ਤੁਸੀਂ ਤਕਰੀਬਨ 7-8 ਦੇਸ਼ਾਂ ਦੇ ਵਿੱਚ ਤੁਸੀਂ ਰਹੇ ਜਾਂ 12-13 ਇੰਡੀਆ ਦੇ ਜਿਹੜੇ ਸਟੇਟਸ ਨੇ, ਸੂਬੇ ਨੇ, ਉਹਨਾਂ ਵਿੱਚ ਵੀ ਤੁਸੀਂ ਕੰਮ ਕੀਤਾ ਤੇ ਤੁਹਾਡਾ ਜਿਹੜਾ ਸਟਰਗਲ ਦਾ ਦੌਰ ਸੀ ਤੁਸੀਂ ਉਹਦੇ ਵਿੱਚ ਉਹ ਵੀ ਸਾਂਝਾ ਕੀਤਾ ਸੀ ਵੀ ਕਿਵੇਂ ਮੈਂ ਵੀ ਸਟਰਗਲ ਕੀਤਾ ਕੈਨੇਡਾ ਪਹੁੰਚਣ ਤੋਂ ਪਹਿਲਾਂ। ਐਕਚੁਅਲੀ ਸਟਾਰਟਿੰਗ ਦੇ ਵੀਡੀਓਜ਼ ਤੇ ਮੈਂ ਸਿਰਫ ਇੰਨਾ ਹੀ ਦੱਸਿਆ ਸੀਗਾ ਕਿ ਐਜ਼ ਅ ਟਰੱਕ ਡਰਾਈਵਰ ਤੁਸੀਂ ਕਿਸ ਤਰ੍ਹਾਂ ਆ ਸਕਦੇ ਹੋ, ਲੇਕਿਨ ਲੇਟਰ ਔਨ ਜਿਹੜੀਆਂ ਬਾਕੀ ਵੀਡੀਓਜ਼ ਪਾਈਆਂ ਉਹਦੇ 'ਚ ਫਿਰ ਮੈਂ ਹੌਲੀ ਆਪਣਾ ਤਵੀਲ ਜਿਹੜਾ ਸਫ਼ਰ ਹੈ 93 ਤੋਂ ਲੈ ਕੇ 92 ਤੋਂ ਲੈ ਕੇ 2013 ਤੱਕ ਦਾ ਜਿਹੜਾ 20 ਸਾਲ ਦਾ ਸਫ਼ਰ ਹੈ, ਹੌਲੀ ਕਈ ਵੀਡੀਓ ਦੇ ਵਿੱਚ ਮੈਂ ਕਵਰ ਕੀਤਾ ਕਿ ਕਿੱਦਾਂ ਮੈਂ ਇੰਡੀਆ ਦੇ ਕਿਹੜੇ ਸਟੇਟਸ ਕੰਮ ਕੀਤਾ, ਇੰਡੀਅਨ ਆਰਮੀ ਤੋਂ ਡਿਪਲੋਮਾ ਲਿਆ, ਉਹਦੇ ਬਾਅਦ ਮੈਂ ਇੰਡੀਆ ਦੇ ਕਿੰਨਾ ਸਟੇਟਾਂ 'ਚ ਕੰਮ ਕੀਤਾ, ਦੁਨੀਆ ਦੇ ਕਿਹੜੇ ਮੁਲਕਾਂ ਦੇ ਵਿੱਚ ਮੈਂ ਜਾ ਕੇ ਕੰਮ ਕੀਤਾ। ਉਹ ਸਾਰੇ ਜਿਹੜੇ ਮੇਰੇ ਐਕਸਪੀਰੀਅੰਸ ਸੀ ਮੈਂ ਸ਼ੇਅਰ ਕੀਤੇ ਔਰ ਉਹਦੇ ਨਾਲ ਹੋਇਆ ਕਿ ਬੇਸ਼ੁਮਾਰ ਜਿਹੜੇ ਸਾਡੇ ਪੰਜਾਬ ਦੇ ਖਾਸ ਕਰ ਜਿਹੜੇ ਯੁਵਾ ਨੇ ਉਹ ਅਰਬ ਕੰਟਰੀਆਂ 'ਚ ਗਏ ਔਰ ਅਰਬ ਕੰਟਰੀਆਂ ਤੋਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਬੇਸ਼ੁਮਾਰ ਲੜਕੇ ਇਹੋ ਜਿਹੇ ਨੇ ਜਿਹੜੇ ਕੈਨੇਡਾ ਪਹੁੰਚ ਚੁੱਕੇ ਨੇ। ਔਰ ਤੁਸੀਂ ਐਂ ਸਮਝ ਲਓ ਕਿ ਅਗਰ ਕੈਨੇਡਾ ਦੇ ਵਿੱਚ ਕਿਸੇ ਅਰਬ ਕੰਟਰੀ ਤੋਂ 100 ਬੰਦਾ ਗਿਆ ਤੇ ਮੈਨੂੰ ਲੱਗਦਾ ਕਿ 95% ਜਿਹੜੇ ਲੋਕ ਨੇ ਉਹ ਸਾਡੇ ਵੀਡੀਓ ਦੇਖ ਕੇ ਉੱਥੋਂ ਇਨਫੋਰਮੇਸ਼ਨ ਲੈ ਕੇ ਤੇ ਫਿਰ ਐਜ਼ ਏ ਲੌਂਗ ਹੌਲ ਟਰੱਕ ਡਰਾਈਵਰ ਜਿਹੜੇ ਅਰਬ ਕੰਟਰੀ 'ਚ ਪਹੁੰਚੇ। ਭਾਜੀ ਅੱਜ ਉਹ ਦੌਰ ਹੈ ਜਦੋਂ ਕੋਈ ਵੀ ਬੰਦਾ ਜਿਹਨੇ ਬਾਹਰ ਜਾਣਾ ਹੋਵੇ, ਕਿਸੇ ਵੀ ਕੰਟਰੀ ਜਾਣਾ ਹੋਵੇ, ਉਹ ਆਪਣੇ ਸ਼ਰੀਕੇ ਨੂੰ ਨਹੀਂ ਦੱਸਦਾ, ਸ਼ਰੀਕੇ ਨੂੰ ਨਹੀਂ ਦੱਸਦਾ ਕਿ ਮੈਂ ਜਾਣਾ ਹੈ, ਚਾਚੇ ਨੂੰ, ਤਾਏ ਨੂੰ, ਕਿਸੇ ਨੂੰ ਦੱਸਦਾ ਨਹੀਂ। ਨਾਲੇ ਦੂਜੀ ਗੱਲ ਹੈਗੀ ਹੈ ਵੀ ਲੋਕ ਕਿਸੇ ਨੂੰ ਵਸਦਾ ਦੇਖ ਕੇ ਖੁਸ਼ ਹੋਣ ਦੀ ਬਜਾਏ ਉਹ ਉਹਨੂੰ ਮੁਸ਼ਕਿਲ 'ਚ ਦੇਖ ਕੇ ਖੁਸ਼ ਹੁੰਦੇ ਨੇ। ਅਜਿਹੇ ਦੌਰ 'ਚ ਤੁਸੀਂ ਲੋਕਾਂ ਨੂੰ ਨੌਕਰੀ ਲੱਗਣ ਦੇ ਜਾਂ ਫਿਰ ਉਹਨਾਂ ਦੇ ਸੁਪਨੇ ਪੂਰੇ ਕਰਨ ਦੇ ਰਸਤੇ ਦੱਸ ਰਹੇ ਹੋ। ਠਾਕੁਰ ਸਾਹਿਬ ਇੱਕ ਆਮ ਗੱਲ ਹੈ ਕਿ ਅੱਜ ਦੀ ਡੇਟ 'ਚ ਬੰਦਾ ਦੂਸਰੇ ਦੇ ਮਤਲਬ ਸੁੱਖ ਨੂੰ ਦੇਖ ਕੇ ਦੁਖੀ ਹੈ, ਆਪਣੇ ਦੁੱਖ ਨਾਲ ਦੁਖੀ ਨਹੀਂ ਹੈ, ਦੂਸਰੇ ਦੇ ਸੁੱਖ ਨਾਲ ਦੁਖੀ ਹੈ। ਸੋ ਦੇਖੋ ਹਰ ਬੰਦਾ ਇੱਕ ਜੋ ਇਨਸਾਨ ਹੈ ਉਹ ਪਰਮਾਤਮਾ ਨੇ ਇੱਕ ਅਲੱਗ ਬਣਾਇਆ, ਇੱਕ ਅਲੱਗ ਪਛਾਣ ਹੈ ਉਹਦੀ, ਇੱਕ ਅਲੱਗ ਉਹਦਾ ਨੇਚਰ ਹੈ, ਇੱਕ ਉਹਦੀ ਅਲੱਗ ਪ੍ਰਵਿਰਤੀ ਹੈ। ਸੋ ਮੇਰੀ ਜਿਹੜੀ ਬਚਪਨ ਤੋਂ ਪ੍ਰਵਿਰਤੀ ਹੈ ਉਹ ਦੂਸਰਿਆਂ ਦੀ ਮਦਦ ਕਰਨ ਵਾਲੀ ਰਹੀ ਹੈ। ਸੋ ਪਰਮਾਤਮਾ ਦੀ ਕਿਰਪਾ ਨਾਲ ਇਹ ਸ਼ੁਰੂ ਤੋਂ ਹੀ ਕਿਰਿਆ। ਜਦੋਂ ਮੈਂ 93 'ਚ ਪਹਿਲੀ ਵਾਰ ਚੰਡੀਗੜ੍ਹ ਆ ਕੇ ਜੌਬ ਕੀਤੀ ਸੀ, ਮੈਨੂੰ ਯਾਦ ਹੈ ਮੈਂ ਜਦੋਂ ਪਹਿਲੀ ਵਾਰ ਵਾਪਸ ਗਿਆ ਤਾਂ ਮੈਂ ਪਿੰਡੋਂ ਕੋਈ ਮੁੰਡਾ ਲੈ ਕੇ ਆਇਆ ਸੀ, ਉਹਨੂੰ ਜੌਬ ਲਗਵਾਇਆ ਸੀਗਾ। ਸੋ ਇਹ ਡੇ 1 ਤੋਂ ਹੀ ਇਨਬਿਲਟ ਹੀ ਹੈ ਦੂਜਿਆਂ ਦੀ ਮਦਦ ਕਰਨੀ। ਸੋ 93 ਤੋਂ ਇਹ ਕੰਮ ਜਾਰੀ ਰਿਹਾ। ਉਹਦੇ ਬਾਅਦ ਜਿਹੜੇ ਇੰਡੀਆ ਦੇ ਜਿਹੜੇ ਵੱਖ-ਵੱਖ ਸਟੇਟਾਂ ਦੇ ਵਿੱਚ ਮੈਂ ਕੰਮ ਕੀਤਾ, ਉੱਥੇ ਵੀ ਆਪਣੇ ਏਰੀਏ ਦੇ ਕਾਫੀ ਵੀਰਾਂ ਨੂੰ ਨਾਲ ਲਿਜਾ ਕੇ ਮੈਂ ਜੌਬ ਤੇ ਲਗਵਾਇਆ ਔਰ ਇਹ ਚੀਜ਼ ਅੱਜ ਤੱਕ ਜੋ ਹੈ ਜਾਰੀ ਹੈ। ਲੇਕਿਨ ਭਾਜੀ ਹਰਨੀਕ ਰੰਧਾਵਾ ਹੈਲਪਲਾਈਨ ਕੈਨੇਡਾ ਇਹ ਬੇਸਿਕਲੀ ਨੌਕਰੀਆਂ ਲਵਾਉਣ ਦੇ ਲਈ ਕੈਨੇਡਾ ਵਿੱਚ ਜਾਂ ਕਿਸੇ ਵੀ ਦੇਸ਼ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਾਂ ਫਿਰ ਜਿਹੜੇ ਫਸੇ ਹੋਏ ਨੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਆਪਣੇ ਘਰ ਨੂੰ ਛੱਡ ਕੇ ਜਾਂ ਠੱਗ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਉਹਨਾਂ ਨੂੰ ਬਚਾਉਣ ਦੇ ਲਈ ਸ਼ੁਰੂ ਕੀਤੀ ਗਈ ਸੀ? ਜਦੋਂ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ ਮੈਂ ਸ਼ੁਰੂ ਕੀਤੀ ਹੈ ਉਹ ਐਕਚੁਅਲੀ ਥੋੜਾ 2 ਜਾਂ 3 ਸਾਲ ਬਾਅਦ ਸ਼ੁਰੂ ਕੀਤੀ ਹੈ। 2013 ਦੇ ਵਿੱਚ ਮੈਂ ਗਿਆ ਸੀਗਾ। 2014 ਲਾਸਟ ਦੇ ਵਿੱਚ ਜਦੋਂ ਬੇਸ ਜਿਹੜਾ ਉਹ ਵਧਣਾ ਸ਼ੁਰੂ ਹੋ ਗਿਆ
ਔਰ WhatsApp ਦਾ ਗਰੁੱਪ ਤੁਹਾਨੂੰ ਪਤਾ ਉਸ ਟਾਈਮ 2-250 ਬੰਦੇ ਤੁਸੀਂ ਐਡ ਕਰ ਸਕਦੇ, ਉਸ ਤੋਂ ਜ਼ਿਆਦਾ ਐਡ ਨਹੀਂ ਸੀ ਕਰ ਸਕਦੇ। ਲੋਕਾਂ ਨੇ ਇਸ ਸਾਲ ਟੈਲੀਗ੍ਰਾਮ ਐਪਲੀਕੇਸ਼ਨ ਡਾਊਨਲੋਡ ਕਰਨੀ ਸ਼ੁਰੂ ਕੀਤੀ ਹੈ। ਮੈਂ 2014 ਤੋਂ ਸਾਰਾ ਜਿਹੜਾ ਗਰੁੱਪ ਹੈ ਉਹ ਟੈਲੀਗ੍ਰਾਮ ਐਪਲੀਕੇਸ਼ਨ ਤੇ ਮੂਵ ਕਰ ਲਿਆ ਸੀ, ਕਿਉਂਕਿ ਜਿਹੜੇ ਲੋਕ ਨੇ, ਜਿਹੜੇ ਸਾਡੇ ਵੀਰ ਭਰਾ ਨੇ ਦੂਸਰੇ ਕੰਟਰੀ ਤੋਂ, ਉਹ ਜੁੜਨ ਵਾਲੀ ਤਾਦਾਦ ਵੱਧ ਗਈ ਸੀ ਔਰ ਉਹਦੇ ਵਿੱਚ ਆਪਾਂ ਆਲਮੋਸਟ 8-10 ਹਜ਼ਾਰ ਬੰਦਾ ਜਿਹੜਾ ਆਪਾਂ ਜੋੜ ਸਕਦੇ ਹਾਂ। ਸੋ ਜਿੱਦਾਂ ਬੇਸ ਲੈਵਲ ਵੱਧਦਾ ਗਿਆ, ਫਿਰ ਉਹਨਾਂ ਦੀਆਂ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਉਹਨਾਂ ਦੀ ਪ੍ਰੋਬਲਮ ਵੀ ਸਾਂਝੀਆਂ ਹੁੰਦੀਆਂ ਗਈਆਂ, ਲੇਕਿਨ ਇਹ ਹੈਲਪਲਾਈਨ ਦੇ ਦੋ ਮੇਨ ਮੋਟਿਵ ਰਹੇ। ਇੱਕ, ਜਿਹੜੇ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਗਲਫ ਵਾਲੇ ਗਾਈਡ ਕਰਨ ਔਰ ਗਲਫ ਵਾਲਿਆਂ ਨੂੰ ਮੈਂ ਗਾਈਡ ਕਰਾਂ। ਸੋ ਇਸ ਤਰ੍ਹਾਂ ਇੱਕ ਚੇਨ ਬਣ ਗਈ ਕਿ ਅਸੀਂ ਗਲਫ ਵਾਲਿਆਂ ਨੂੰ ਕਹਿ ਕੇ ਅਸੀਂ ਤੁਹਾਡੀ ਹੈਲਪ ਤਾਂ ਕਰਾਂਗੇ ਜੇ ਤੁਸੀਂ ਪੰਜਾਬ ਦੇ ਬੇਰੁਜ਼ਗਾਰਾਂ ਦੀ ਹੈਲਪ ਕਰੋਗੇ, ਤੁਸੀਂ ਉਹਨਾਂ ਦੀ ਹੈਲਪ ਕਰੋ, ਅਸੀਂ ਤੁਹਾਨੂੰ ਕੈਨੇਡਾ ਆਉਣ 'ਚ ਹੈਲਪ ਕਰਾਂਗੇ। ਸੋ ਇਟ ਬਿਕਮ ਲਾਈਕ ਅ ਚੇਨ। ਸੋ ਚੇਨ ਰਿਐਕਸ਼ਨ ਹੋ ਗਿਆ। ਅਸੀਂ ਜਿਹੜੇ ਕੈਨੇਡਾ ਬੁਲਾਉਣ 'ਚ ਉਹਨਾਂ ਦੀ ਹੈਲਪ ਕਰਨ ਲੱਗ ਗਏ, ਤੇ ਉਹ ਜਿਹੜੇ ਵੀਰ ਨੇ ਦੁਬਈ ਵਾਲੇ, ਕਤਰ, ਕੁਵੈਤ, ਓਮਾਨ, ਬਹਿਰੀਨ ਵਾਲੇ ਜਿਹੜੇ ਵੀਰ ਨੇ, ਉਹ ਜਿਹੜੇ ਪੰਜਾਬ 'ਚ ਬੇਰੁਜ਼ਗਾਰ ਵੀਰ ਸੀਗੇ ਉਹਨਾਂ ਦੀ ਮਦਦ ਕਰਨ ਵਾਸਤੇ ਇੱਕ ਉਹਨਾਂ ਦਾ ਪੂਰਾ ਸਿਸਟਮ ਚੇਨ ਬਣ ਗਈ। ਸੋ ਹੌਲੀ ਹੌਲੀ ਇਹ ਦੋ ਕੰਮਾਂ ਤੇ ਆ ਕੇ ਸਾਡਾ ਗਰੁੱਪ ਮਤਲਬ ਸਟਕ ਹੋ ਗਿਆ। ਇੱਕ, ਜਿਹੜੇ ਵੀਰ ਉੱਥੇ ਫਸੇ ਨੇ, ਜਿਹੜੀਆਂ ਭੈਣਾਂ ਸਾਡੀਆਂ ਉੱਥੇ ਫਸੀਆਂ ਨੇ, ਉਹਨਾਂ ਨੂੰ ਉੱਥੋਂ ਕਢਾ ਕੇ ਇੰਡੀਆ ਸਹੀ ਸਲਾਮਤ ਭੇਜਣਾ। ਕਈ ਵੀਰਾਂ ਦੀ ਉੱਥੇ ਡੈਥ ਹੋ ਗਈ, ਉਹਨੇ ਡੈੱਡ ਬੋਡੀਜ਼ ਉੱਥੋਂ ਫਲੋਟ ਕਰਾਉਣੀਆਂ, ਔਰ ਇਹਦੇ ਨਾਲ ਜਿਹੜਾ ਹੈ ਕਿ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਉਹ ਸ਼ੇਅਰ ਕਰਨੀ, ਕਿ ਤਾਂ ਕਿ ਤੁਸੀਂ ਇੱਕ ਸਹੀ ਜੌਬ ਲੈ ਸਕੋ ਔਰ ਕਿਸੇ ਅੱਛੀ ਕੰਟਰੀ ਜਾ ਸਕੋ। ਇਹਦੇ ਨਾਲ ਇੱਕ ਚੀਜ਼ ਜਿਹੜੀ ਐਕਸਟਰਾ ਸਮਝ ਲਓ, ਉਹ ਇਹ ਚੀਜ਼ ਐਡ ਹੋ ਗਈ ਕਿ ਸਾਰੇ ਵੀਰ ਜਦੋਂ ਨਾਲ ਜੁੜੇ ਨੇ, ਤਾਂ ਉਸ ਕਰਕੇ ਹੌਲੀ ਹੌਲੀ ਅਸੀਂ ਸਾਲ ਦੇ ਵਿੱਚ ਕੋਈ ਇੱਕ ਅੱਧਾ ਜਿਹੜਾ ਉਹ ਕਿਸੇ ਗਰੀਬ ਪਰਿਵਾਰ ਵਾਸਤੇ ਘਰ ਬਣਾਉਣਾ ਸ਼ੁਰੂ ਕੀਤਾ। ਹੁਣ ਤੱਕ ਅਸੀਂ 4 ਘਰ ਬਣਾ ਚੁੱਕੇ ਹਾਂ, 5ਵੇਂ ਘਰ ਦਾ ਜੋ ਕੰਮ ਚੱਲ ਰਿਹਾ। ਸੋ ਜਿਹੜੀ ਹੈਲਪਲਾਈਨ ਹੈ ਉਹ ਦੇਖਿਆ ਜਾਏ ਤਾਂ ਚੰਗੇ ਕੰਮਾਂ ਨੂੰ ਦੇਖ ਕੇ ਹੋਰ ਐਕਸਪੈਂਡ ਹੁੰਦੀ ਗਈ, ਕੋਈ ਇੱਕ ਜਾਂ ਦੋ ਕੰਮ ਕਰਕੇ ਰੁਕੀ ਨਹੀਂ ਰਹੀ। ਹੋਰ ਉਹਦੇ ਵਿੱਚ ਨਵੀਆਂ ਚੀਜ਼ਾਂ ਦਾ ਜਿਹੜਾ ਨਾ ਉਹ ਅਸੀਂ ਉਹਨਾਂ ਨੂੰ ਐਡ ਕਰਦੇ ਰਹੇ। ਜਿੱਦਾਂ ਹੁਣ ਮਕਾਨ ਬਣਾਉਣ ਦਾ ਕੰਮ ਚੱਲ ਰਿਹਾ, ਸੋ ਕਈਆਂ ਨੂੰ ਅਸੀਂ ਜਿੱਦਾਂ ਕੋਈ ਬਿਮਾਰ ਸ਼ਮਾਰ ਹੁੰਦਾ ਉਹਦੀ ਵੀ ਕਦੇ ਨਾ ਕਦੇ ਕੋਈ ਇਸ ਤਰ੍ਹਾਂ ਹੈਲਪ ਕਰਦੇ ਹਾਂ। ਸੋ ਇਹ ਕੋਈ ਇੱਕ ਚੀਜ਼ ਨਾਲ ਸਟਕ ਨਹੀਂ ਹੈ ਕਿ ਅਸੀਂ ਸਿਰਫ ਇਹੀ ਕਰਦੇ ਹਾਂ, ਲੇਕਿਨ ਬੇਸਿਕ ਦੋ ਹੀ ਚੀਜ਼ਾਂ ਨੇ। ਇੱਕ, ਜਿਹੜੇ ਅਰਬ 'ਚ ਸਾਡੇ ਧੀਆਂ ਭੈਣ ਭਰਾ ਫਸੇ ਨੇ ਉਹਨਾਂ ਦੀ ਹੈਲਪ ਕਰਨਾ, ਔਰ ਦੂਸਰਾ, ਜਿਹੜੇ ਸਾਡੇ ਪੰਜਾਬ ਦੇ ਬੇਰੁਜ਼ਗਾਰ ਨੇ ਉਹਨਾਂ ਨੂੰ ਜੌਬ ਹਾਸਿਲ ਕਰਨ ਦੇ ਵਿੱਚ ਸਹੀ ਗਾਈਡੈਂਸ ਪ੍ਰੋਵਾਈਡ ਕਰਨੀ। ਬਿਲਕੁਲ, ਕਿਉਂਕਿ ਨਾ ਅਰਬ ਦੇਸ਼ਾਂ ਦੇ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਕੁੜੀਆਂ ਨੂੰ ਘਰੇ ਕੰਮ ਕਰਵਾਉਣ ਦੇ ਲਈ ਟਰੈਵਲ ਏਜੰਟ ਲੈ ਕੇ ਜਾਂਦੇ ਨੇ ਜਾਂ ਭੇਜਦੇ ਨੇ, ਤੇ ਉੱਥੇ ਜਾ ਕੇ ਸ਼ੇਖ ਜੋ ਨੇ ਉਹਨਾਂ ਨੂੰ ਗੁਲਾਮ ਬਣਾ ਲੈਂਦੇ ਨੇ। ਮਤਲਬ ਉਹਨਾਂ ਨੂੰ ਰੋਟੀ ਵੀ ਨਹੀਂ ਦੇਣੀ ਜਾਂ ਇੱਕ ਟਾਈਮ ਰੋਟੀ ਦੇਣੀ, ਬਹੁਤ ਮਾੜਾ ਹਾਲ। ਤੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ। ਜੇ ਪੰਜਾਬ ਦੀ ਗੱਲ ਕਰੀਏ, ਅਸੀਂ ਗੱਲ ਕਹਿੰਦੇ ਆ ਵੀ ਫਲਾਣੇ ਦੀ ਧੀ ਭੈਣ ਕੱਢ ਕੇ ਲੈ ਕੇ ਆ, ਬਹੁਤ ਮਾੜਾ ਸਮਝਦੇ ਨੇ। ਪਰ ਜਿਹੜੀਆਂ ਪੰਜਾਬ ਦੀਆਂ ਧੀਆਂ ਸ਼ੇਖਾਂ ਦੇ ਘਰੇ ਫਸੀਆਂ ਹੋਈਆਂ ਨੇ, ਉਹਨਾਂ ਨੂੰ ਪੰਜਾਬੀ ਵੀਰ ਸ਼ੇਖਾਂ ਦੇ ਘਰੋਂ ਕਿਵੇਂ ਕੱਢਦੇ ਨੇ, ਉਸ ਚੀਜ਼ ਦੀ ਵੀ ਗਵਾਹੀ ਹਰਨੀਕ ਰੰਧਾਵਾ ਭਾਜੀ ਜਾਂ ਇਹਨਾਂ ਦੀ ਟੀਮ ਦਿੰਦੀ ਹੈ। ਭਾਜੀ, ਕੁਝ ਅਜਿਹੇ ਕਿੱਸੇ ਤੁਹਾਡੇ ਜ਼ਿਹਨ ਦੇ ਵਿੱਚ ਜੋ ਤੁਹਾਨੂੰ ਤਾਉਮਰ ਯਾਦ ਰਹਿਣਗੇ? ਠਾਕੁਰ ਸਾਹਿਬ, ਐਕਚੁਅਲੀ ਮੈਨੂੰ ਲੱਗਦਾ ਕਿ ਹੁਣ ਤੱਕ ਅਸੀਂ ਕਰੀਬ 150 ਤੋਂ ਜ਼ਿਆਦਾ ਧੀਆਂ ਭੈਣਾਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਅਸੀਂ ਉੱਥੋਂ ਰੈਸਕਿਊ ਕਰ ਚੁੱਕੇ ਹਾਂ। ਔਰ ਤੁਸੀਂ ਦੇਖੋ ਕਿ ਉਹਨਾਂ ਮੁਲਕਾਂ ਦੇ ਵਿੱਚੋਂ ਜਿੱਥੇ ਘਰ ਜਿਹੜੇ ਕਿਲਿਆਂ ਵਰਗੇ ਨੇ, ਔਰ ਜਿੱਥੇ ਕਿਸੇ ਲੇਡੀਜ਼ ਦਾ ਇੱਕ ਨਖੂਨ ਦੇਖਣਾ ਵੀ ਮਤਲਬ ਬੜੀ ਵੱਡੀ ਚੀਜ਼ ਹੈ, ਠੀਕ ਹੈ ਨਾ, ਉਹਨਾਂ ਕੰਟਰੀਆਂ ਦੇ ਵਿੱਚੋਂ ਜਿੱਥੇ ਮਤਲਬ ਇੰਨਾ ਕਾਨੂੰਨ ਸਟ੍ਰਿਕਟ ਹੈ, ਔਰ ਲੇਕਿਨ ਇਹ ਹੈ ਕਿ ਜਦੋਂ ਕੋਈ ਧੀ ਭੈਣ ਦੀ ਆਵਾਜ਼ ਸਾਡੇ ਕੰਨੀ ਪੈਂਦੀ ਹੈ ਕਿ ਵੀ ਮੇਰੇ ਨਾਲ ਇੱਦਾਂ ਬੁਰਾ ਹੋ ਰਿਹਾ ਹੈ, ਜਾਂ ਮੈਨੂੰ ਰਹਿਣ ਨਹੀਂ ਦਿੱਤਾ ਜਾ ਰਿਹਾ, ਖਾਇਆ ਪੀਆ ਨਹੀਂ ਜਾ ਰਿਹਾ, ਮੈਨੂੰ ਰੋਜ਼ ਮਾਰਕੁੱਟ ਹੋ ਰਹੀ ਹੈ, ਔਰ ਮਤਲਬ ਹਰ ਟਾਈਪ ਦਾ ਜੋ ਚਾਹੇ ਮਾਨਸਿਕ ਹੈ, ਚਾਹੇ ਜੈਨੀ ਤਸ਼ੱਦਦ ਹੈ, ਚਾਹੇ ਜਿਸਮਾਨੀ ਹੈ, ਉਹ ਹਰ ਟਾਈਪ ਦਾ ਤਸ਼ੱਦਦ ਚੱਲ ਰਹੀ ਹੈ। ਫਿਰ ਉਹ ਚੀਜ਼ ਜਿਹੜੀ ਹੈ ਉਹ ਬੰਦਾ ਇਹ ਸੋਚਦਾ ਕਿ ਪਰਮਾਤਮਾ ਨੇ ਸਾਨੂੰ ਇੱਕ ਇਹੋ ਜਿਹਾ ਇੱਕ ਪਲੇਟਫਾਰਮ ਦਿੱਤਾ ਕਿ ਜਿੱਥੋਂ ਅਸੀਂ ਹੈਲਪ ਕਰ ਸਕੀਏ। ਸੋ ਤੁਹਾਡੇ ਨਾਲ ਮੈਂ 2 ਜਾਂ 3 ਜਿਹੜੀਆਂ ਮੇਨ ਅੱਜ ਤੱਕ ਜਿਹੜੀਆਂ ਚੀਜ਼ਾਂ ਅਸੀਂ ਦੇਖੀਆਂ ਨੇ ਉਹ ਮੈਂ ਸ਼ੇਅਰ ਕਰਾਂਗਾ। ਇੱਕ ਜਿਹੜੀ ਭੈਣ ਸੀਗੀ, ਉਹ ਸ਼ਾਇਦ ਮੈਂ ਇੱਕ ਵਾਰ ਪਹਿਲਾਂ ਵੀ ਆਪਣੀ ਫੋਨ ਤੇ ਗੱਲ ਹੋ ਕੇ ਮੈਂ ਤੁਹਾਨੂੰ ਗਾਈਡ ਦੱਸਿਆ ਸੀਗਾ ਕਿ ਇੱਦਾਂ ਹੋਇਆ ਸੀ। ਸੋ ਇੱਕ ਭੈਣ ਸੀਗੀ, ਉਹ ਆਪਣੇ ਸੀਗੇ ਸਾਊਦੀ ਅਰਬ ਦੇ ਵਿੱਚ ਤੁਸੀਂ ਐਂ ਦੇਖ ਲਓ ਕਿ ਉਹ ਜਿਸ ਸ਼ੇਖ ਦੇ ਘਰ ਰਹਿੰਦੇ ਸੀਗੇ, ਜਿੱਥੇ ਜੌਬ ਕਰਦੇ ਸੀਗੇ, ਘਰ ਦਾ ਜੋ ਸਭ ਤੋਂ ਬਜ਼ੁਰਗ ਬੰਦਾ ਸੀਗਾ, ਉਹ ਵੀ ਉਸ ਲੇਡੀਜ਼ ਨਾਲ ਰੇਪ ਕਰਦਾ ਸੀ। ਉਹਦਾ ਬੇਟਾ, ਉਹਦੇ ਪੋਤਰੇ ਜਿਹੜੇ ਕਾਲਜ ਦੇ ਵਿੱਚ ਜਾਂ ਸਕੂਲ ਦੇ ਵਿੱਚ ਪੜ੍ਹਦੇ ਸੀ, ਉਹ ਜੁਮਾ ਨੂੰ ਆਪਣੇ ਜਿਹੜੇ ਯਾਰ ਦੋਸਤ ਸੀ ਉਹ ਵੀ ਲੈ ਕੇ ਆਉਂਦੇ ਸੀ। ਸੋ ਮਤਲਬ ਤੁਸੀਂ ਐਂ ਸਮਝ ਲਓ ਕਿ ਸ਼ੀ ਵਾਜ਼ ਅ ਵਿਕਟਿਮ ਆਫ ਰਿਪੀਟਿਡ ਰੇਪ, ਹੈ ਨਾ। ਸੋ ਉਹਦੇ ਵਾਸਤੇ ਸਾਡੇ ਗਰੁੱਪ ਮੈਂਬਰ ਜਿਹੜੇ ਨੇ ਉਹ 750 ਕਿਲੋਮੀਟਰ ਟਰਾਲਾ ਲੈ ਕੇ ਗਏ, ਔਰ ਰਾਤ ਨੂੰ ਰੈਸਕਿਊ ਕਰਕੇ 750 ਕਿਲੋਮੀਟਰ ਵਾਪਸ ਉਹਨਾਂ ਨੂੰ ਕੰਬਲਾਂ ਦੇ ਵਿੱਚ ਲਪੇਟ ਕੇ ਅਸੀਂ ਅੰਬੈਸੀ ਪਹੁੰਚਾਇਆ। ਇੱਕ ਤਾਂ ਇਹੋ ਜਿਹਾ ਕੇਸ ਹੈ। ਦੂਸਰਾ ਕੇਸ ਇਸ ਤਰ੍ਹਾਂ ਹੈ ਕਿ ਇੱਕ ਮਾਤਾ ਜੀ ਸੀਗੇ, ਉਹ ਆਪਣਾ ਕੁਵੈਤ ਸੀਗੇ, ਉਹਨਾਂ ਨਾਲ ਡੇਲੀ ਮਾਰਕੁੱਟ ਹੁੰਦੀ ਸੀ। ਉਹਨਾਂ ਦੇ ਮਤਲਬ ਸਰੀਰ 'ਤੇ ਤੁਸੀਂ ਐਂ ਸਮਝ ਲਓ ਕਿ ਸਿਗਰਟ ਤੱਕ ਲਗਾਈ ਜਾਂਦੀ ਸੀ, ਮਾਰਿਆ ਕੁੱਟਿਆ ਜਾਂਦਾ ਸੀ। ਉਹਨਾਂ ਦੇ ਜੋ ਹੈ ਹਸਬੈਂਡ ਦੀ ਜੋ ਹੈ ਡੈਥ ਹੋ ਗਈ, ਔਰ ਉਹਨੇ ਫਿਰ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਤੁਸੀਂ ਇੱਥੋਂ ਰਿਲੀਜ਼ ਕਰ ਦਿਓ, ਮੇਰੇ ਹਸਬੈਂਡ ਦੀ ਡੈਥ ਹੋ ਚੁੱਕੀ ਹੈ। ਤਾਂ ਅੱਗੋਂ ਉਹਦਾ ਕਹਿਣਾ ਸੀਗਾ ਕਿ ਦੁਨੀਆ ਮਰਦੀ ਹੈ, ਤੇਰਾ ਹਸਬੈਂਡ ਮਰ ਗਿਆ ਤਾਂ ਅਸੀਂ ਕੀ ਕਰੀਏ।
ਸੋ ਹੋਰ ਵੀ ਧੀਆਂ ਭੈਣਾਂ ਨੇ ਮਤਲਬ ਜਿਨ੍ਹਾਂ ਨਾਲ ਇਹੋ ਜਿਹੇ ਤਸੱਈਏ ਉਹਨਾਂ ਨੂੰ ਦਿੱਤੇ ਗਏ ਨੇ ਕਿ ਜਿਹੜੇ ਮਤਲਬ ਬਿਆਨ ਕਰਨ ਲਾਇਕ ਵੀ ਨਹੀਂ। ਜਿਹੜੇ ਤੁਸੀਂ ਗੱਲ ਦੱਸ ਰਹੇ ਹੋ ਵੀ ਟਰਾਲਾ ਲੈ ਕੇ 700 ਕਿਲੋਮੀਟਰ ਦੂਰ ਤੁਹਾਡੀ ਟੀਮ ਦੇ ਜਿਹੜੇ ਮੈਂਬਰ ਸੀ ਉਹ ਗਏ, ਤੇ ਭਾਜੀ ਰਿਸਕ ਨਹੀਂ ਹੁੰਦਾ? ਅਸੀਂ ਤਾਂ ਜਿਵੇਂ ਪੰਜਾਬ ਦੀ ਵੀ ਗੱਲ ਅਸੀਂ ਕਰ ਰਹੇ ਹਾਂ, ਪੰਜਾਬ ਵਿੱਚ ਮਾਰਨ ਕੁੱਟਣ ਨੂੰ ਪੈਂਦੇ ਨੇ, ਉਹ ਤਾਂ ਦੇਸ਼ ਇਦਾਂ ਦੇ ਨੇ ਜਿੱਥੇ ਕਾਨੂੰਨ ਬੜੇ ਸਖਤ ਨੇ, ਬੰਦੇ ਨੂੰ ਮਾਰ ਹੀ ਦੇਣਗੇ ਉਹ ਚੁਰਾਹੇ 'ਚ ਖੜਾ ਕਰਕੇ। ਤੇ ਉੱਥੇ ਵੀ ਡਰ ਨਹੀਂ ਲੱਗਿਆ ਇੱਕ ਵਾਰ ਵੀ ਹਾਂ ਅਸੀਂ ਬਗਾਨੇ ਸ਼ੇਖ ਦੇ ਹਵੇਲੀ 'ਚ ਜਾਂ ਉਹਦੇ ਘਰੇ ਜਾ ਰਹੇ ਹਾਂ ਤੇ ਉੱਥੋਂ ਕੱਢਾਂਗੇ, ਜੇ ਫੜੇ ਗਏ ਤਾਂ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈ ਸਕਦੇ ਨੇ? ਅਮਨਦੀਪ ਸਿੰਘ ਜੀ, ਪਰਮਾਤਮਾ ਦੀ ਦੇਖੋ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਨ ਜਾਂਦੇ ਹੋ ਪਰਮਾਤਮਾ ਦੀ ਮਿਹਰ ਤੁਹਾਡੇ ਨਾਲ ਹਮੇਸ਼ਾ ਹੁੰਦੀ ਹੈ। ਇਹ ਰਿਸਕ ਫੈਕਟਰ ਜਿਹੜਾ ਤੁਸੀਂ ਦੱਸਿਆ ਹੈ ਬਿਲਕੁਲ 101% ਜੈਨੂਨ ਹੈ, ਇਹ ਹੋ ਸਕਦਾ। ਲੇਕਿਨ ਅੱਜ ਤੱਕ ਕਰੀਬ 153-54 ਅਸੀਂ ਰੈਸਕਿਊ ਕੀਤੇ ਹਨ ਗੁਰੂ ਮਹਾਰਾਜ ਦੀ ਕਿਰਪਾ ਨਾਲ। ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ, ਦਾਤਾ ਦੀ ਬੜੀ ਕਿਰਪਾ ਹੈ। ਲੇਕਿਨ ਇਹ ਕਦੇ ਵੀ ਪੋਸੀਬਿਲਿਟੀ ਹਮੇਸ਼ਾ ਹੈਗੀ ਹੈ। ਲੇਕਿਨ ਅਸੀਂ ਉਹਦੇ ਵਿੱਚ ਕੁਝ ਅਸੀਂ ਟੈਕਨੀਕਲ ਚੀਜ਼ਾਂ ਕੀਤੀਆਂ ਨੇ, ਜਿੱਦਾਂ ਰੈਕੀ ਕਰਨਾ। ਸੋ ਅਸੀਂ ਪਹਿਲਾਂ ਆਪਣੀ ਇੱਕ ਟੀਮ ਭੇਜ ਕੇ ਰੈਕੀ ਕਰਾਉਂਦੇ ਹਾਂ ਵੀ ਕਿਹੜੇ ਏਰੀਏ ਵਿੱਚ ਉਹ ਜਿਹੜੀ ਧੀ ਭੈਣ ਸਾਡੀ ਫਸੀ ਹੈ, ਉਹਦੇ ਕੋਲੋਂ WhatsApp ਦੀ ਲੋਕੇਸ਼ਨ ਮੰਗਾਉਂਦੇ ਹਾਂ। ਉਹ ਲੋਕੇਸ਼ਨ ਦੇ ਹਿਸਾਬ ਨਾਲ ਟਰੇਸ ਕਰਦੇ ਹਾਂ ਕਿ ਉਹ ਕਿਹੜੇ ਘਰ ਪਰਿਵਾਰ ਦੇ ਵਿੱਚ ਹੈ। ਫਿਰ ਉਹਦੇ ਨਾਲ ਕੋਆਰਡੀਨੇਸ਼ਨ ਚੱਲਦਾ ਹੈ, ਕਿਉਂਕਿ ਸੈੱਲਫੋਨ ਜਿਹੜੇ ਬੜੀ ਕਮਾਲ ਦੀ ਚੀਜ਼ ਹੈ, ਇਹਦੇ ਨਾਲ ਕੋਆਰਡੀਨੇਸ਼ਨ ਹੁੰਦਾ ਹੈ, ਲੋਕੇਸ਼ਨ ਦਾ ਪਤਾ ਲੱਗਦਾ ਹੈ। ਫਿਰ ਉਹ ਜਿਹੜੀਆਂ ਉਹਨਾਂ ਦੇ ਘਰ ਨੇ ਕਿੱਲਿਆਂ ਵਰਗੇ ਵੱਡੇ ਵੱਡੇ ਘਰ ਨੇ, ਲੇਕਿਨ ਇੱਕ ਟਾਈਮ ਇਹੋ ਜਿਹਾ ਹੁੰਦਾ ਜਦੋਂ ਗਾਰਬੇਜ ਸਿੱਟਣ ਬਾਹਰ ਆਉਂਦੀਆਂ ਨੇ। ਸੋ ਜਦੋਂ ਗਾਰਬੇਜ ਸਿੱਟਣ ਬਾਹਰ ਆਉਂਦੀਆਂ ਨੇ ਬਿਨ ਦੇ ਵਿੱਚ, ਉਹ ਇੱਕ ਇਹੋ ਜਿਹਾ ਟਾਈਮ ਹੁੰਦਾ ਜਦੋਂ ਅਸੀਂ ਉਹਨਾਂ ਨੂੰ ਪਿਕ ਕਰ ਸਕਦੇ ਹਾਂ। ਸੋ ਅਸੀਂ ਕੋਆਰਡੀਨੇਸ਼ਨ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਗੱਡੀ ਹੈ ਉਹਨੂੰ ਅਸੀਂ ਥੋੜ੍ਹਾ ਜਿਹਾ 200 400 500 ਮੀਟਰ ਦੂਰ ਖੜਾ ਕਰੀਏ, ਔਰ ਤਾਂ ਕਿ ਕੈਮਰੇ ਵੈਮਰੇ ਜਿਹੜੇ ਨੇ ਉਹਨਾਂ ਉਸ ਜਿਹੜੀ ਹੈ ਉਹ ਸਾਰੀ ਕੈਪਚਰ ਨਾ ਕਰ ਪਾਉਣ। ਸੋ ਫੋਨ ਤੇ ਲੜਕੀ ਹੁੰਦੀ ਹੈ, ਉਹਨੂੰ ਅਸੀਂ ਪੂਰਾ ਗਾਈਡ ਕਰਦੇ ਹਾਂ ਵੀ ਇੱਦਾਂ ਇੱਦਾਂ ਤੁਸੀਂ ਨਿਕਲ ਕੇ ਆਉਣਾ, ਫਲਾਣੇ ਰੰਗ ਦੀ ਗੱਡੀ ਖੜੀ ਹੈ, ਅਸੀਂ ਤੁਹਾਨੂੰ ਉੱਥੋਂ ਸੇਫ ਕੱਢ ਕੇ ਤੇ ਇੰਡੀਅਨ ਐਮਬੈਸੀ ਤੱਕ ਪਹੁੰਚਾ ਦਾਂਗੇ। ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਸਪੈਸ਼ਲੀ ਦੱਸਣਾ ਚਾਹਾਂਗਾ, ਪਹਿਲਾਂ ਵੀ ਮੈਂ ਕੁਝ ਪ੍ਰੋਗਰਾਮ 'ਚ ਇਹ ਗੱਲ ਦੱਸੀ ਹੈ ਕਿ ਜਿਹੜੀ ਇੰਡੀਅਨ ਐਮਬੈਸੀ ਹੁੰਦੀ ਹੈ ਕਿਸੇ ਵੀ ਕੰਟਰੀ 'ਚ, ਉਹ ਉਸ ਕੰਟਰੀ ਦਾ ਪਾਰਟ ਨਹੀਂ ਹੁੰਦੀ। ਜਿਹੜੀ ਇੰਡੀਅਨ ਐਮਬੈਸੀ ਜਾਂ ਕਿਸੇ ਕੰਟਰੀ ਦੀ ਵੀ ਕਿਸੇ ਕੰਟਰੀ 'ਚ ਐਮਬੈਸੀ ਹੈ, ਉਹ ਇੱਕ ਕਿਸਮ ਦਾ ਉਹ ਐਮਬੈਸੀ 'ਚ ਉਹ ਦੇਸ਼ ਹੀ ਹੁੰਦਾ। ਜਿੱਦਾਂ ਇੰਡੀਅਨ ਐਮਬੈਸੀ ਮੰਨ ਲਓ ਕੁਵੈਤ ਦੇ ਵਿੱਚ ਹੈ, ਉਹ ਜਿਹੜਾ ਕੁਵੈਤ ਦੇ ਵਿੱਚ ਇੰਡੀਅਨ ਐਮਬੈਸੀ ਦਾ ਪ੍ਰਿੰਸਿਸ ਹੈ, ਉਹ ਇੱਕ ਕਿਸਮ ਦਾ ਇੰਡੀਆ ਹੈ। ਸੋ ਇੱਕ ਵਾਰ ਤੁਸੀਂ ਉਹਦੇ ਵਿੱਚ ਪੈਰ ਰੱਖ ਲਿਆ ਤੇ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਬਣੀ ਕਿ ਜਿਹੜੀ ਤੁਹਾਨੂੰ ਉੱਥੋਂ ਬਾਹਰ ਕੱਢ ਸਕੇ। ਸੋ ਉਹਦੇ ਬਾਅਦ ਤੁਹਾਡੀ ਐਕਸਟ੍ਰੈਸ਼ਨ ਹੀ ਹੋਏਗਾ, ਤੁਸੀਂ ਉੱਥੋਂ ਬਾਹਰ ਨਿਕਲ ਕੇ ਵਾਪਸ ਇੰਡੀਆ ਹੀ ਆਓਗੇ। ਹਾਂ, ਉਹਦੇ ਵਿੱਚ ਟੈਕਨੀਕਲੀ ਟਾਈਮ ਲੱਗ ਸਕਦਾ ਹੈ, ਕਈ ਚੀਜ਼ਾਂ ਦੇ ਵਿੱਚ ਪਲੱਸ ਮਾਈਨਸ ਹੋ ਸਕਦਾ ਹੈ, ਲੇਕਿਨ ਇਹ ਹੈ ਕਿ ਫਾਈਨਲੀ ਸੂਨਰ ਔਰ ਲੇਟਰ ਤੁਸੀਂ ਜਦੋਂ ਇੱਕ ਭਾਜੀ ਕਈ ਵਾਰ ਕੇਸਿਸ ਜਿੱਦਾਂ ਦੇ ਹੁੰਦੇ ਨੇ, ਸੌਰੀ ਮੈਂ ਤੁਹਾਨੂੰ ਟੋਕ ਰਿਹਾ ਬਈ ਪਾਸਪੋਰਟ ਵੀ ਸ਼ੇਖ ਨੇ ਰੱਖਿਆ, ਠੀਕ ਹੈ ਨਾ, ਉਹ ਖਰਚਾ ਦੇ ਰਹੇ ਨੇ। ਵਰਸਟ ਕੇਸਿਸ ਜਿੱਦਾਂ ਦੇ ਵੀ ਹੁੰਦੇ ਨੇ, ਸ਼ਾਇਦ ਤੁਹਾਨੂੰ ਟੱਕਰੇ ਵੀ ਹੋਣਗੇ ਵੀ ਮੋਬਾਈਲ ਵੀ ਨਹੀਂ ਯੂਜ਼ ਕਰਨ ਦਿੱਤਾ ਜਾਂਦਾ। ਦੇਖੋ ਤੁਸੀਂ ਐਂ ਸਮਝ ਲਓ ਕਿ 95% ਕੇਸਿਸ ਦੇ ਵਿੱਚ ਅੱਜ ਤੱਕ ਪਾਸਪੋਰਟ ਤਾਂ ਕਦੇ ਸਾਨੂੰ ਮਿਲਿਆ ਹੀ ਨਹੀਂ। ਲੇਕਿਨ ਗਵਰਨਮੈਂਟ ਆਫ ਇੰਡੀਆ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਿਸੇ ਕੰਟਰੀ ਦੇ ਵਿੱਚ ਜਿਹੜੀ ਅੰਬੈਸੀ ਹੈ ਉਹ ਇੱਕ ਕਿਸਮ ਦਾ ਪੂਰਾ ਇੰਡੀਆ ਸੈਟਅਪ ਹੈ ਉੱਥੇ। ਸੋ ਇਹ ਗਵਰਨਮੈਂਟ ਤੁਹਾਡੀ ਬਹੁਤ ਅੱਗੇ ਜਾ ਕੇ ਹੈਲਪ ਕਰਦੀ ਹੈ। ਤੁਹਾਡੇ ਕੋਲ ਪਾਸਪੋਰਟ ਨਹੀਂ ਹੈ, ਤੁਹਾਡੇ ਕੋਲ ਪਾਸਪੋਰਟ ਦੀ ਕਾਪੀ ਹੈਗੀ ਹੈ, ਤੁਹਾਨੂੰ ਆਪਣੇ ਪਾਸਪੋਰਟ ਦਾ ਨੰਬਰ ਯਾਦ ਹੈ, ਉਹ ਤੁਹਾਨੂੰ ਅੰਬੈਸੀ ਦੇ ਵਿੱਚ ਇਨ ਕਰਨ ਤੋਂ ਬਾਅਦ ਤੁਹਾਡਾ ਆਪਾਤਕਾਲੀਨ ਵਾਈਟ ਕਲਰ ਦਾ ਪਾਸਪੋਰਟ ਬਣਾ ਕੇ ਦਿੰਦੇ ਆ, ਜਿਹਦੇ ਤੇ ਤੁਸੀਂ ਵਨ ਸਾਈਡ ਟਰੈਵਲ ਕਰ ਸਕਦੇ ਹੋ, ਬਾਅਦ ਚੋਂ ਇੰਡੀਆ 'ਚ ਆ ਕੇ ਆਪਣਾ ਫਰੈਸ਼ ਪਾਸਪੋਰਟ ਬਣਾ ਸਕਦੇ ਹੋ। ਮੋਸਟਲੀ ਕੇਸਿਸ ਦੇ ਵਿੱਚ ਉਹ ਪਾਸਪੋਰਟ ਸਾਨੂੰ ਕਦੇ ਨਹੀਂ ਮਿਲਦਾ, ਔਰ ਅਸੀਂ ਮਤਲਬ ਜੋ ਹੈ ਉਹ ਵਾਈਟ ਪਾਸਪੋਰਟ ਬਣਵਾ ਕੇ ਅੰਬੈਸੀ ਦੇ ਜਦੋਂ ਆਪਾਂ ਅੰਦਰ ਭੇਜਦੇ ਹਾਂ, ਉਹ ਆਪਣੀ ਕਾਰਵਾਈ ਕਰਦੇ ਨੇ। ਉਹ ਕੁੜੀਆਂ ਨੂੰ ਅੰਦਰ ਰੱਖਦੇ ਵੀ ਨੇ, ਉਹਨਾਂ ਨੂੰ ਖਿਲਾਉਂਦੇ ਪਿਲਾਉਂਦੇ ਵੀ ਨੇ, ਉਹਨਾਂ ਦੀ ਟਿਕਟਾਂ ਵੀ ਲੈ ਕੇ ਦਿੰਦੇ ਨੇ। ਕਈ ਵਾਰ ਟਿਕਟਾਂ ਅਸੀਂ ਵੀ ਲੈ ਕੇ ਦੇਣਾ, ਲੇਕਿਨ ਮੋਸਟ ਆਫ ਕੇਸਿਸ ਦੇ ਵਿੱਚ ਅੰਬੈਸੀ ਕਈ ਵਾਰ ਟਿਕਟ ਲੈ ਕੇ ਦਿੰਦੀ ਹੈ ਤੇ ਉੱਥੇ ਅੰਦਰ ਹੀ ਰੱਖਿਆ ਜਾਂਦਾ ਕੁੜੀਆਂ ਨੂੰ। ਮੁੰਡਿਆਂ ਵਾਸਤੇ ਉਹ ਅੰਬੈਸੀ ਆਲਮੋਸਟ ਨਾ ਕਰਦੇ ਕਿ ਤੁਸੀਂ ਬਾਹਰ ਰੁਕ ਲਓ, ਲੇਕਿਨ ਕੁੜੀਆਂ ਨੂੰ ਇੱਕ ਵਾਰ ਜਦੋਂ ਅੰਦਰ ਆ ਜਾਂਦੀਆਂ ਨੇ, ਉਹਨਾਂ ਦੀ ਕੰਪਲੇਂਟ ਲਿਖਣ ਤੋਂ ਬਾਅਦ ਜਦ ਤੱਕ ਉਹਨਾਂ ਦੀ ਫਾਈਨਲ ਫਲਾਈਟ ਨਹੀਂ ਹੁੰਦੀ ਤਾਂ ਤੱਕ ਕੁੜੀਆਂ ਨੂੰ ਅੰਬੈਸੀ ਦੇ ਵਿੱਚ ਹੀ ਰੱਖਿਆ ਜਾਂਦਾ ਹੈ। ਕਦੀ ਇਦਾਂ ਹੋਇਆ ਭਾਜੀ ਵੀ ਤੁਸੀਂ ਕੋਈ ਵੀ ਜਿਹੜੀ ਧੀ ਭੈਣ ਹੈਗੀ ਹੈ ਉਹਨੂੰ ਸ਼ੇਖ ਦੇ ਘਰੋਂ ਕੱਢ ਕੇ ਅੰਬੈਸੀ ਤੱਕ ਪਹੁੰਚਦਾ ਕਰ ਦਿੱਤਾ ਤੇ ਪਿੱਛੋਂ ਸ਼ੇਖ ਵੀ ਪਹੁੰਚ ਗਿਆ ਜਾਂ ਸ਼ੇਖ ਨੇ ਕੋਸ਼ਿਸ਼ ਕੀਤੀ ਅਪਰੋਚ ਕਰਨ ਦੀ? ਮੋਸਟ ਆਫ ਕੇਸਿਸ 'ਚ ਹੁੰਦਾ ਕੀ ਹੈ ਕਿ ਜਦੋਂ ਸ਼ੇਖ ਨੂੰ ਮਤਲਬ ਸ਼ੇਖ ਦਾ ਅੰਬੈਸੀ 'ਚ ਕਦੇ ਨਹੀਂ ਆਉਂਦਾ, ਉਹ ਜਿਹੜੀ ਵੀ ਕਾਰਵਾਈ ਹੁੰਦੀ ਹੈ ਇੱਕ ਪ੍ਰੋਪਰ ਪ੍ਰੋਟੋਕੋਲ ਹੈ। ਉਸ ਪ੍ਰੋਟੋਕੋਲ ਦੇ ਤਹਿਤ ਹੁੰਦਾ ਕੀ ਹੈ ਕਿ ਜਦੋਂ ਇੱਕ ਕੁੜੀ ਨੂੰ ਤੁਸੀਂ ਉੱਥੋਂ ਮਤਲਬ ਰੈਸਕਿਊ ਕਰਕੇ ਅੰਬੈਸੀ ਪਹੁੰਚਾਤਾ, ਅੰਬੈਸੀ ਨੇ ਉਹਨਾਂ ਦੇ ਮਿਨਿਸਟਰੀ ਆਫ ਮੈਨ ਪਾਵਰ ਨੂੰ ਸਾਰੀ ਗੱਲਬਾਤ ਕਰਨੀ ਹੈ, ਔਰ ਫਿਰ ਜਿਹੜਾ ਉੱਥੇ ਦਾ ਮਤਲਬ ਲੇਬਰ ਕੋਰਟ ਹੈ, ਲੇਬਰ ਕੋਰਟ ਦੇ ਵਿੱਚ ਉਹ ਪਾਰਟੀ ਵੀ ਆਉਂਦੀ ਹੈ ਔਰ ਇਹ ਕੁੜੀ ਵੀ ਜਾਂਦੀ ਹੈ। ਉੱਥੇ ਫਿਰ ਜ਼ਿਰਾ ਹੁੰਦੀ ਹੈ ਵੀ ਮੈਨੂੰ ਆਹ ਚੀਜ਼ਾਂ ਕਹਿ ਕੇ ਬੁਲਾਇਆ ਸੀ ਔਰ ਮੇਰੇ ਨਾਲ ਆਹ ਚੀਜ਼ ਕਰਦੇ ਰਹੇ ਆ। ਲੇਕਿਨ ਅਸੀਂ ਬਹੁਤ ਕੁਝ ਕਹਿੰਦੇ ਹਾਂ ਕਿ ਅਰਬ ਦਾ ਕਾਨੂੰਨ ਬੜਾ ਵਧੀਆ, ਦਿਸ ਐਂਡ ਦੈਟ ਸਭ ਕੁਝ ਹੈ। ਉਹ ਸਾਰੇ ਕਾਨੂੰਨ ਮੈਨੂੰ ਲੱਗਦਾ ਖਾਰਜੀਆਂ ਵਾਸਤੇ ਨੇ, ਬਾਹਰਲਿਆਂ ਵਾਸਤੇ ਉਹਨਾਂ ਦੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਅਗਰ ਲਾਗੂ ਹੁੰਦਾ ਤੇ 150 ਕੁੜੀਆਂ ਕਢਾਈਆਂ ਨੇ, ਕਿਸੇ ਇੱਕ ਅਰਬੀ ਨੂੰ ਕਦੇ ਤਾਂ ਸਜ਼ਾ ਹੋਈ ਹੁੰਦੀ। ਅਰਬੀ ਛੱਡੋ ਭਾਜੀ, ਜਿਹੜੇ ਬੰਦੇ ਇਹਨਾਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਲੈ ਕੇ ਜਾਂਦੇ ਨੇ ਉਹ ਤਾਂ ਸਾਡੇ ਆਪਣੇ ਹੀ ਨੇ ਨਾ, ਉਹ ਤਾਂ ਪੰਜਾਬ ਦੇ ਏਜੰਟ ਨੇ। ਤੇ ਅਜਿਹੇ ਏਜੰਟਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇੱਥੋਂ ਘਰੋਂ ਧੀਆਂ ਪੁੱਤਾਂ ਨੂੰ ਚੁੱਕਦੇ ਨੇ ਤੇ ਸ਼ੇਖਾਂ ਕੋਲ ਫਸਾ ਦਿੰਦੇ ਨੇ? ਵੀਰ ਜੀ, ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਏਜੰਟਾਂ ਦੀ ਗਲਤੀ ਤਾਂ ਚਲੋ 100% ਹੈ ਹੀ ਹੈ, ਲੇਕਿਨ ਅਸਲੀ ਜੋ ਕਮੀ ਹੈ ਉਹ ਹੈਗੀ ਹੈ ਨਿਕੰਮੀਆਂ ਸਰਕਾਰਾਂ 'ਚ।
ਠੀਕ ਹੈ ਜੀ। ਅਗਰ ਸਰਕਾਰਾਂ ਮਤਲਬ ਜਦੋਂ ਦੀਆਂ ਦੇਖੋ ਨਾ, ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ, ਆਪਣੇ ਪੰਜਾਬ ਦੇ ਲੋਕਾਂ ਦੇ ਕੋਲ ਹੀ ਆਪਣੀ ਪੰਜਾਬ ਦੀ ਸਰਕਾਰ ਹੈ ਨਾ ਜੀ। ਅਗਰ ਉਹ ਕੁਝ ਕਰਨਾ ਚਾਹੁੰਦੇ ਤਾਂ ਬਹੁਤ ਕੁਝ ਕਰ ਸਕਦੇ ਸੀ, ਲੇਕਿਨ ਇਹ ਲੋਕਾਂ ਨੇ ਬਾਰੀਆਂ ਬੰਨੀਆਂ ਹੋਈਆਂ ਨੇ। ਇੱਕ ਵਾਰ ਤੂੰ ਲੁੱਟ ਲੈ ਮੈਂ ਚੁੱਪ ਰਹਾਂਗਾ, ਇੱਕ ਵਾਰ ਮੈਂ ਲੁੱਟ ਲੈਣਾ ਤੂੰ ਚੁੱਪ ਰਹਿ। ਸੋ ਇਹ ਬਾਰੀਆਂ ਬੰਨੀਆਂ ਇਹਨਾਂ ਨੇ ਇੱਕ ਦੂਜੇ ਨੂੰ ਲੁੱਟਣ ਦੀਆਂ। ਅਦਰਵਾਈਜ਼ ਜਿੰਨਾ ਪੈਸਾ ਇਹਨਾਂ ਨੇ ਆਪਣੇ ਖੋਪਚੇ 'ਚ ਪਾਇਆ, ਜਿੰਨਾ ਪੈਸੇ ਨਾਲ ਆਪਣੇ ਇਹਨਾਂ ਨੇ ਖਜ਼ਾਨੇ ਭਰੇ ਨੇ, ਅਗਰ ਉਹ ਪੈਸਾ ਅਗਰ ਵਾਕਈ ਪੰਜਾਬ ਦੀ ਜਨਤਾ ਤੇ ਲੋਕਾਂ ਦੇ ਲਗਾਉਂਦੇ, ਤੇ ਜਿਹੜੇ ਲੋਕ ਅਸੀਂ ਮੁਗਲਾਂ ਤੋਂ ਧੀਆਂ ਭੈਣਾਂ ਛਡਾ ਕੇ ਲੈ ਕੇ ਆਉਂਦੇ ਸੀ, ਅੱਜ ਸਾਡੀਆਂ ਧੀਆਂ ਭੈਣਾਂ ਨੂੰ ਆਪ ਮੁਗਲਾਂ ਕੋਲ ਨਾ ਜਾਣਾ ਪੈਂਦਾ। ਬਹੁਤ ਵੱਡੀ ਗੱਲ ਭਾਜੀ ਨੇ ਕਹੀ ਹੈ ਵੀ ਇੱਕ ਸਮਾਂ ਉਹ ਸੀ ਜਦੋਂ ਧੀਆਂ ਭੈਣਾਂ ਨੂੰ ਮੁਗਲਾਂ ਤੋਂ ਬਚਾ ਕੇ ਲਿਆਇਆ ਜਾਂਦਾ ਸੀ, ਤੇ ਅੱਜ ਸਮਾਂ ਉਹ ਹੈ ਕਿ ਧੀਆਂ ਭੈਣਾਂ ਨੂੰ ਮਜਬੂਰੀ ਵਜੋਂ ਸ਼ੇਖਾਂ ਦੇ ਕੋਲ ਜਾਣਾ ਪੈ ਰਿਹਾ ਹੈ, ਸਿਰਫ 2 ਵਕਤ ਦੀ ਰੋਟੀ ਕਮਾਉਣ ਦੇ ਲਈ, ਆਪਣੇ ਪਰਿਵਾਰ ਦੇ ਲਈ। ਭਾਜੀ ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ, ਕਿਉਂਕਿ ਤੁਹਾਨੂੰ ਜਿਵੇਂ ਸੋਸ਼ਲ ਮੀਡੀਆ ਤੇ ਵੀ ਇੱਕ ਬਹੁਤ ਵੱਡਾ ਤਬਕਾ ਜੋ ਫੋਲੋ ਕਰਦਾ ਹੈ, ਲੇਕਿਨ ਫਿਰ ਵੀ ਦੇਖੋ ਰੋਜ਼ਾਨਾ ਕੋਈ ਨਾ ਕੋਈ ਇਦਾਂ ਦਾ ਕੇਸ ਆਂਦਾ ਹੈ, ਤੁਹਾਨੂੰ ਵੀ ਮੈਨੂੰ ਪਤਾ ਹੈ ਕਈ ਫੋਨ ਆਉਂਦੇ ਹੋਣਗੇ ਡੇਲੀ ਦੇ, ਤੇ ਉਹਨਾਂ ਦੇ ਵਿੱਚੋਂ ਕਿੰਨੇ ਕੁ ਜਿਹੜੇ ਨੇ ਉਹ ਸਿਰੇ ਤੱਕ ਪਹੁੰਚਦੇ ਨੇ? ਅੱਜ ਤੱਕ ਕਦੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਸ ਤਰ੍ਹਾਂ ਨਹੀਂ ਹੋਇਆ ਕਿ ਕਦੇ ਕਿਸੇ ਨੇ ਸਾਨੂੰ ਕੰਟੈਕਟ ਕੀਤਾ ਹੋਏ ਔਰ ਅਸੀਂ ਉਹਨੂੰ ਇਹ ਕਹਿ ਦਿੱਤਾ ਹੋਏ ਕਿ ਅਸੀਂ ਤੇਰੀ ਹੈਲਪ ਨਹੀਂ ਕਰ ਸਕਦੇ। ਹਾਲਾਂਕਿ ਕਈ ਵਾਰ ਦਿਲ 'ਚ ਆਉਂਦਾ ਕਿ ਉਹਦਾ ਰੀਜ਼ਨ ਇਹ ਹੈ ਕਿ ਜਿਨ੍ਹਾਂ ਨੂੰ ਅਸੀਂ 2-2 3-3 5-5 ਮਹੀਨੇ ਦਿਨ ਰਾਤ ਇੱਕ ਕਰਕੇ ਇੱਕ ਪੂਰਾ ਰੈਸਕਿਊ ਆਪਰੇਸ਼ਨ ਚਲਾ ਕੇ, ਟਵਿੱਟਰ ਤੇ ਕੈਂਪੇਨ ਚਲਾ ਕੇ ਉਹਨਾਂ ਨੂੰ ਰੈਸਕਿਊ ਕਰਕੇ ਆਪਣੇ ਖਰਚੇ ਤੇ ਆਪਣੀ ਜੇਬਾਂ 'ਚੋਂ ਪੈਸੇ ਲਗਾ ਕੇ ਇੰਡੀਆ ਮੁਲਾਉਂਦੇ ਆ, ਤਾਂ ਇੰਡੀਆ ਤੋਂ ਪਹੁੰਚਣ ਤੋਂ ਬਾਅਦ ਕਦੇ ਔਰ ਕਦੇ ਕੰਟੈਕਟ ਨਹੀਂ ਕਰਦੇ। ਦਿਲ ਤਾਂ ਬਹੁਤ ਟੁੱਟਦਾ, ਲੇਕਿਨ ਇਹ ਹੈ ਕਿ ਉਹ ਗੱਲ ਹੈ ਕਿ ਉਹਨਾਂ ਦਾ ਉਹ ਸੁਭਾਅ ਹੈ, ਉਹ ਨਹੀਂ ਛੱਡ ਸਕਦੇ, ਤੇ ਸਾਡਾ ਪਰਮਾਤਮਾ ਨੇ ਸਾਡਾ ਇਹ ਸੁਭਾਅ ਰੱਖਿਆ ਕਿ ਅਸੀਂ ਵੀ ਚੰਗਾ ਕੰਮ ਕਰਨਾ ਨਹੀਂ ਛੱਡ ਸਕਦੇ। ਸੋ ਪਰਮਾਤਮਾ ਦੀ ਬੜੀ ਕਿਰਪਾ ਹੈ। ਹੁਣ ਮੈਂ ਅਗਰ ਇਹ ਸੋਚ ਲਾਂ ਕਿ ਕਿਸੇ ਨੇ ਆ ਕੇ ਮੈਨੂੰ ਕੰਟੈਕਟ ਨਹੀਂ ਕੀਤਾ, ਮੈਂ ਕਦੇ ਕਿਸੇ ਦੀ ਮਦਦ ਨਹੀਂ ਕਰਨੀ, ਤੇ ਤੁਸੀਂ ਇਹ ਦੇਖੋ ਕਿ ਐਡਾ ਵੱਡਾ ਸੈਟਅਪ ਲੈ ਕੇ, ਐਡਾ ਵੱਡਾ ਗਰੁੱਪ ਲੈ ਕੇ ਜਿਹਦੇ ਕਿ ਅਸੀਂ ਮਦਦ ਕਰ ਸਕਦੇ ਹਾਂ, ਉਹਦੇ ਬਾਵਜੂਦ ਅਗਰ ਕੋਈ ਅਰਬ ਚੋਂ ਸਾਨੂੰ ਕੋਈ ਧੀ ਭੈਣ ਜਾਂ ਭਰਾ ਕਾਲ ਕਰੇ, ਅਸੀਂ ਕਹਦੇ ਕਿ ਅਸੀਂ ਤੇਰੀ ਮਦਦ ਨਹੀਂ ਕਰਨੀ ਪਈ, ਤੇ ਫਿਰ ਇੰਨੇ ਵੱਡੇ ਸੈਟਅਪ ਦਾ ਫਾਇਦਾ ਵੀ ਕੁਝ ਨਹੀਂ ਹੈ। ਸੋ ਅੱਜ ਤੱਕ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਅਸੀਂ ਮਤਲਬ ਕਿਸੇ ਨੇ ਜੋ ਹੈ ਉਹ ਕਿਹਾ ਹੋਏ ਕਿ ਵੀ ਮੇਰੀ ਹੈਲਪ ਕਰੋ ਔਰ ਅਸੀਂ ਉਹਦੀ ਹੈਲਪ ਨਾ ਕਰ ਸਕੇ ਹੋਈਏ। ਸੋ ਪਰਮਾਤਮਾ ਦੀ ਕਿਰਪਾ ਨਾਲ ਅੱਜ ਤੱਕ ਜਿੰਨੇ ਵੀ ਕੇਸਿਸ ਸਾਡੇ ਕੋਲ ਆਏ ਨੇ, ਮੋਸਟ ਆਫ ਕੇਸਿਸ ਦੇ ਵਿੱਚ ਤੁਸੀਂ ਐ ਸਮਝ ਲਓ ਕਿ 99% ਕੇਸਿਸ ਦੇ ਵਿੱਚ ਜਿਹੜੀ ਧੀ ਭੈਣ ਅੱਜ ਤੱਕ ਕੰਟੈਕਟ ਕੀਤਾ ਹੈ ਉਹਨੂੰ ਅਸੀਂ ਵਾਪਸ ਪਹੁੰਚਾ ਕੇ ਛੱਡਿਆ, ਔਰ 5-5 6-6 ਮਹੀਨੇ ਤੋਂ ਪਈਆਂ ਉੱਥੇ ਜਿਹੜੀਆਂ ਡੈੱਡ ਬੋਡੀਜ਼ ਪਈਆਂ ਨੇ ਉਹ ਵੀ ਅਸੀਂ ਆਪਣੇ ਖਰਚੇ ਤੇ 30-40 ਡੈੱਡ ਬੋਡੀਜ਼ ਹੁਣ ਤੱਕ ਫਲੋਟ ਕੀਤੀਆਂ ਨੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ, ਜਿੱਦਾਂ ਰਮਨ ਸ਼ਰਮਾ ਜੀ ਨੇ ਕੁਵੈਤ ਦੇ ਵਿੱਚ ਨੇ, ਜੱਸੀ ਬੈਂਸ ਵੀਰ ਹੈ ਸਾਊਦੀ ਦੇ ਵਿੱਚ ਨੇ, ਬਲਜਿੰਦਰ ਜੀ ਨੇ ਦੁਬਈ ਦੇ ਵਿੱਚ ਨੇ। ਸੋ ਇਹ ਸਾਡੇ ਹੀਰਿਆਂ ਵਰਗੇ ਇਹੋ ਜਿਹੇ ਵੀਰ ਨੇ ਕਿ ਜਿਨ੍ਹਾਂ ਨੂੰ ਅਸੀਂ ਕੋਈ ਕੰਮ ਦੱਸ ਦਈਏ ਉਹਨਾਂ ਨੂੰ ਚੰਨ ਚੜ੍ਹ ਜਾਂਦਾ ਕਿ ਵੀਰ ਨੇ ਸਾਡੀ ਕੋਈ ਡਿਊਟੀ ਲਗਾਈ ਹੈ, ਤੇ ਉਹਦੇ ਵਿੱਚ ਫਿਰ ਕੋਈ ਧੀ ਭੈਣ ਫਸੀ ਹੈ, ਚਾਹੇ ਕਿਸੇ ਦੀ ਡੈੱਡ ਬੋਡੀ ਫਸੀ ਹੈ, ਚਾਹੇ ਕੋਈ ਵੀਰ ਵੈਸੇ ਫਸਿਆ ਹੈ, ਉਹਦੀ ਜੌਬ ਨਹੀਂ ਲੱਗ ਰਹੀ, ਖਾਣ ਪੀਣ ਦੀ ਦਿੱਕਤ ਹੈ, ਤੇ ਰਾਸ਼ਨ ਵੀ ਪਹੁੰਚਾ ਕੇ ਆਉਂਦੇ ਹਾਂ, ਕਈ ਵਾਰ ਆਪਣੇ ਪੱਲਿਆਂ 'ਚੋਂ ਜੇਬ 'ਚੋਂ ਪੈਸੇ ਵੀ ਦਿੰਦੇ ਆ, ਸਭ ਕੁਝ ਕਰਨੇ ਆ, ਲੇਕਿਨ ਐਕਚੁਅਲ ਇਹ ਕੰਮ ਜਿਹੜੇ ਨੇ ਉਹ ਗੌਰਮੈਂਟਾਂ ਦੇ ਨੇ, ਲੇਕਿਨ ਜਿਹੜੇ ਸਾਨੂੰ ਕਰਨੇ ਪੈ ਰਹੇ ਨੇ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਅਗਰ ਨਿਕੰਮੀਆਂ ਸਰਕਾਰਾਂ ਨਾ ਹੁੰਦੀਆਂ ਤਾਂ ਕਿਸੇ ਨੂੰ ਜਾਣ ਦੀ ਲੋੜ ਨਾ ਪੈਂਦੀ, ਹੈ ਨਾ ਜੀ। ਸੋ ਕਿਉਂਕਿ ਉਹਨਾਂ ਕੋਲ ਤੇਲ ਹੈ, ਸਿਰਫ ਇੱਕ ਤੇਲ ਕਰਕੇ ਅਸੀਂ ਉੱਥੇ ਜਾਂਦੇ ਹਾਂ, ਹੈ ਨਾ ਜੀ। ਅਦਰਵਾਈਜ਼ ਅੱਜ ਤੋਂ 40-50 ਸਾਲ ਪਹਿਲਾਂ ਕੋਈ ਵੀ ਨਹੀਂ ਸੀ ਜਾਂਦਾ, ਹੈ ਨਾ। ਸੋ ਅਸੀਂ ਮੈਂ ਆਪਣੀ ਸੰਭਾਲ ਦੇ ਵਿੱਚ ਚੰਗੀ ਤਰ੍ਹਾਂ ਮੈਨੂੰ ਯਾਦ ਹੈ ਕਿ ਅਫਗਾਨਿਸਤਾਨ ਤੋਂ ਲੋਕੀ ਮੋਢੇ 'ਤੇ ਘੋੜਾ ਰੱਖ ਕੇ ਇੰਡੀਆ ਦੇ ਵਿੱਚ ਲੱਕੜਾਂ ਪਾੜਨ ਆਉਂਦੇ ਸੀ। ਮੈਂ 83-84 ਤੱਕ ਇਹ ਚੀਜ਼ਾਂ ਆਪਣੀ ਅੱਖੀਂ ਦੇਖੀਆਂ ਨੇ, ਲੇਕਿਨ ਹੁਣ ਟਾਈਮ ਦੀ ਗੱਲ ਹੈ, ਉਹਨਾਂ ਦੇ ਤੇਲ ਨਿਕਲ ਆਇਆ, ਸਾਨੂੰ ਉੱਥੇ ਜਾਣਾ ਪੈਂਦਾ ਜੀ, ਕਿਉਂਕਿ ਇਹ ਸਾਡੀਆਂ ਸਰਕਾਰਾਂ ਨਹੀਂ ਕੰਮੀਆਂ, ਇਹ ਸਾਨੂੰ ਰੋਜ਼ਗਾਰ ਨਹੀਂ ਦੇ ਪਾਈਆਂ, ਇਸ ਕਰਕੇ ਬਾਹਰ ਦੇ ਧੱਕੇ ਖਾਣੇ ਪੈਂਦੇ ਜੀ। ਸਰ ਦਾ ਤਾਰੁਫ ਵੀ ਜ਼ਰੂਰ ਕਰਵਾਓ, ਇਹ ਤੁਹਾਡੀ ਟੀਮ ਦੇ ਮੈਂਬਰ ਨੇ? ਹਾਂਜੀ, ਇਹ ਆਪਣਾ ਇਹਨਾਂ ਦਾ ਨਾਮ ਹੈ ਸਰਦਾਰ ਹਰਭਜਨ ਸਿੰਘ ਜੀ, ਔਰ ਜੋ ਸਾਡਾ ਗਰੁੱਪ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਇਹ ਉਸਦੇ ਖਜ਼ਾਨਚੀ ਨੇ। ਔਰ ਜਦੋਂ ਅਸੀਂ ਸਾਰੇ ਗਰੁੱਪ ਦੀ ਜੋ ਹੈ ਹੈਲਪ ਨਾਲ ਗੁਰਕਿਰਪਾ ਨਿਵਾਸ 1 ਬਣਾਇਆ ਸੀਗਾ, ਉਸ ਦਿਨ ਤੋਂ ਇਹ ਸਾਡੇ ਨਾਲ ਜੁੜੇ ਹੋਏ ਨੇ, ਔਰ ਹੁਣ ਗੁਰਕਿਰਪਾ ਨਿਵਾਸ 5 ਚੱਲ ਰਿਹਾ। ਉਸ ਦੇ ਵਿੱਚ ਜੋ ਵੀ ਸੇਵਾ ਆਉਂਦੀ ਹੈ ਬਾਹਰੋਂ, ਉਹ ਸਾਰਾ ਉਸ ਦਾ ਜੋ ਲੇਖਾ ਜੋਖਾ ਵੀਰ ਜੀ ਰੱਖਦੇ ਨੇ, ਔਰ ਉਹਨਾਂ ਨੂੰ ਜੋ ਟ੍ਰਾਂਸਫਰ ਹੈ ਉਹ ਵੀਰ ਜੀ ਕਰਦੇ ਨੇ, ਔਰ ਸਾਰੀ ਦੇਖ ਰੇਖ ਵੀ ਇਸ ਤਾਂ ਬਾਹਰ ਹੀ ਆ। ਹੁਣ ਤੱਕ ਗੁਰਕਿਰਪਾ ਨਿਵਾਸ 4 ਬਣ ਚੁੱਕੇ ਨੇ, ਸਾਰੇ ਵੀਰ ਦੀ ਨਿਗਰਾਨੀ 'ਚ ਬਣੇ ਨੇ, ਔਰ ਅੱਗੋਂ ਗੁਰਕਿਰਪਾ ਨਿਵਾਸ 5 ਬਣ ਰਿਹਾ। ਕੁਦਰਤੀ ਇਸ ਵਾਰ ਮੈਂ ਘਰ ਆਂਗਾ, ਲੇਕਿਨ ਸਾਰੀ ਜਿਹੜੀ ਸੇਵਾ ਹੈ, ਮਕਾਨਾਂ ਦੀ ਜੋ ਸੇਵਾ ਹੈ, ਉਹਦੇ ਵਿੱਚ ਵੀਰ ਜੀ ਦਾ ਸਾਰਾ ਯੋਗਦਾਨ ਹੈ। ਬਿਲਕੁਲ, ਦੇਖੋ ਇੱਕ ਟੀਮ ਵਰਕ ਹੁੰਦਾ ਹੈ, ਬਹੁਤ ਚੰਗਾ ਤੁਸੀਂ ਤੇ ਬਹੁਤ ਨੇਕ ਕੰਮ ਕਰ ਰਹੇ ਹੋ। ਪਰਮਾਤਮਾ ਜਿਵੇਂ ਤੁਸੀਂ ਕਿਹਾ ਹੈ ਕਿ ਗੁਰਕਿਰਪਾ ਨਿਵਾਸ, ਗੁਰੂ ਜੀ ਤੁਹਾਡੇ ਤੇ ਵੀ ਕਿਰਪਾ ਬਣਾ ਕੇ ਰੱਖਣ, ਇਹ ਅਰਦਾਸ ਕਰਾਂਗੇ। ਹਰਨੀਕ ਰੰਧਾਵਾ ਭਾਜੀ ਜੀ ਬਿਲਕੁਲ ਠੀਕ ਹੈ, ਜੇ ਸਰਕਾਰਾਂ ਨਿਕੰਮੀਆਂ ਨਾ ਹੁੰਦੀਆਂ ਤਾਂ ਸ਼ਾਇਦ ਹਰਨੀਕ ਰੰਧਾਵਾ ਹੈਲਪਲਾਈਨ ਕੈਨੇਡਾ ਵੀ ਨਾ ਹੁੰਦੀ। ਇਹ ਨਿਕੰਮੀਆਂ ਸਰਕਾਰਾਂ ਦੀ ਵਜ੍ਹਾ ਕਰਕੇ ਹੀ ਹਰਨੀਕ ਰੰਧਾਵਾ ਹੈਲਪਲਾਈਨ ਕੈਨੇਡਾ ਬਣੀ ਹੈ ਤੇ ਬਾਖੂਬੀ ਕੰਮ ਕਰ ਰਹੀ ਹੈ, ਉਹ ਕੰਮ ਕਰ ਰਹੀ ਹੈ ਜੋ ਸ਼ਾਇਦ ਸਾਡੀਆਂ ਨਿਕੰਮੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ। ਪਰ ਠੱਗ ਟਰੈਵਲ ਏਜੰਟਾਂ ਦੀ ਠੱਗੀ ਨੂੰ, ਉਹਨਾਂ ਦੀਆਂ ਕਰਤੂਤਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇੱਕ ਬੇਨਤੀ ਜ਼ਰੂਰ ਮੈਂ ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਕਰਨੀ ਚਾਹਾਂਗਾ
ਕਿ ਤੁਸੀਂ ਕਿਸੇ ਵੀ ਏਜੰਟ ਕੋਲ ਫਸਣ ਤੋਂ ਪਹਿਲਾਂ ਡੀਸੀ ਦਫ਼ਤਰ ਜਾ ਕੇ ਜ਼ਰੂਰ ਪੜਤਾਲ ਕਰੋ ਕਿ ਬੰਦਾ ਠੀਕ ਹੈ ਜਾਂ ਨਹੀਂ। ਉਸ ਤੋਂ ਬਾਅਦ ਤੁਸੀਂ ਅਗਲੀ ਕਾਰਵਾਈ ਵੱਲ ਤੁਰੋ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।